ਜਿਹੜਾ ਇਨਸਾਨੀ ਦਿਮਾਗ ਹੈ ਇਹ ਇਸ ਬ੍ਰਹਮਾਂਡ ਦੀ ਸਭ ਤੋਂ ਜਟਿਲ ਵਸਤੂ ਹੈ ਜੀ। ਜੇ ਆਪਾਂ ਇਹਨੂੰ ਖੋਲ ਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਤੋਂ ਜ਼ਿਆਦਾ ਕੰਪਲੈਕਸ ਚੀਜ਼ ਕੋਈ ਨਹੀਂ ਹੈਗੀ। ਆਮ ਤੌਰ ਉੱਤੇ ਦਿਦਾਰ ਜੀ ਇੱਕ ਸਾਈਕੈਟਰਿਸਟ ਲਈ ਨਜ਼ਲਾ ਤੇ ਜ਼ੁਕਾਮ ਜਿਹੜੀ ਹੈ ਉਹ ਅੱਜ ਦੀ ਡੇਟ 'ਚ ਐਂਗਜ਼ਾਇਟੀ ਤੇ ਡਿਪਰੈਸ਼ਨ ਹੈਗੀ। ਸਾਡਾ ਜਿਹੜਾ ਬ੍ਰੇਨ ਹੈ ਇਹਦਾ ਫਿਜ਼ੀਕਲ ਸਟਰਕਚਰ ਵੀ ਮੋਬਾਈਲ ਫੋਨ ਅੱਜ ਚੇਂਜ ਕਰ ਰਿਹਾ ਹੈ। ਆਪਾਂ ਨੂੰ ਇਹ ਸਮਝ ਹੀ ਨਹੀਂ ਆਉਂਦਾ ਬਈ ਇੱਕ ਡਿਵਾਈਸ ਨੇ ਆਪਣੇ ਬ੍ਰੇਨ ਨੂੰ ਕਿੰਨਾ ਟੇਕ ਓਵਰ ਕਰ ਲਿਆ। ਪਤਾ ਕਿਵੇਂ ਲੱਗੇ ਬੰਦੇ ਨੂੰ ਵੀ ਮੈਂ ਮਾਨਸਿਕ ਤੌਰ ਤੇ ਬਿਮਾਰ ਹਾਂ, ਜਿਹੜਾ ਸਭ ਤੋਂ ਪ੍ਰਿੰਸੀਪਲ ਕੁਐਸਚਨ। ਬਹੁਤ ਵਧੀਆ ਸਵਾਲ। ਕਹਿਣ ਨੂੰ ਤਾਂ ਫਿਰ ਲੱਗਦਾ ਹੀ ਨਹੀਂ ਬੰਦੇ, ਉਹ ਤਾਂ ਕਹਿੰਦਾ ਮੈਂ ਤਾਂ ਠੀਕ ਹਾਂ ਜੀ। ਜਿਹੜਾ ਜਿੰਨਾ ਮਾਨਸਿਕ ਤੌਰ ਤੇ ਜ਼ਿਆਦਾ ਬਿਮਾਰ ਹੈ ਉਹ ਤਾਂ ਆਪਦੇ ਆਪ ਨੂੰ ਬਿਮਾਰ ਕਦੇ ਕਹਿੰਦਾ ਹੀ ਨਹੀਂ। ਮਾਨਸਿਕ ਰੋਗ ਉੱਤੇ ਜਿੰਨੀ ਠੀਕ ਇਨਫੋਰਮੇਸ਼ਨ ਅਵੇਲੇਬਲ ਹੈ ਆਪਣੇ ਰਿਸੋਰਸਿਸ ਦੇ ਰਾਹੀਂ, ਇੰਟਰਨੈਟ ਦੇ ਰਾਹੀਂ, ਉਸ ਤੋਂ ਕਿਤੇ ਜ਼ਿਆਦਾ ਮਿਸ ਇਨਫੋਰਮੇਸ਼ਨ ਅਵੇਲੇਬਲ ਹੈ। ਜਿਵੇਂ ਜਿਵੇਂ ਸਾਇੰਸ ਪ੍ਰੋਗਰੈਸ ਕਰੀ ਜਾਂਦੀ ਹੈ ਬਿਲਕੁਲ ਠੀਕ, ਸਾਡੇ ਹਥਿਆਰ ਹੋਰ ਜ਼ਿਆਦਾ ਸਮਾਰਟ ਹੁੰਦੇ ਜਾ ਰਹੇ ਨੇ ਤੇ ਹੋਰ ਜ਼ਿਆਦਾ ਸਪੈਸੀਫਿਕ ਹੁੰਦੇ ਜਾ ਰਹੇ ਨੇ। ਇਹਨਾਂ ਦੇ ਸਾਈਡ ਇਫੈਕਟ ਘਟਦੇ ਜਾ ਰਹੇ ਨੇ। ਨਸ਼ਾ ਜਿਹੜਾ ਹੈ ਆਪਣੇ ਆਪ ਦੇ ਅੰਦਰ ਇੱਕ ਮਾਨਸਿਕ ਬਿਮਾਰੀ ਹੀ ਹੈ ਕਿ ਜਿਹਨੂੰ ਆਮ ਦਿਮਾਗੀ ਬਿਮਾਰੀਆਂ, ਕੋਈ ਡਿਪਰੈਸ਼ਨ ਹੈ, ਕੋਈ ਨੀਂਦ ਦੀ ਕੋਈ ਹੋਰ ਪ੍ਰੋਬਲਮ ਆ ਗਈ, ਕਿ ਉਹ ਬੰਦਾ ਬਿਲਕੁਲ ਠੀਕ ਹੋ ਸਕਦਾ ਹੈ? ਉਹਦੀ ਦਵਾਈ ਬੰਦ ਹੋ ਜਾਂਦੀ ਹੈ ਕਿਸੇ ਸਟੇਜ ਤੇ ਜਾ ਕੇ। ਦੋਸਤੋ, ਤੁਸੀਂ ਦੇਖ ਰਹੇ ਹੋ ਬਾਬੂਸ਼ਾਹੀ ਟਾਈਮਜ਼। ਮੈਂ ਦੀਦਾਰ ਸਿੰਘ ਗੁਰਨਾ ਅੱਜ ਤੁਹਾਡੇ ਨਾਲ ਹਾਜ਼ਰ ਹਾਂ ਇੱਕ ਬਿਲਕੁਲ ਨਵਾਂ ਮੁੱਦਾ ਲੈ ਕੇ। ਗੱਲ ਹੈ ਸਾਡੀ ਸਿਹਤ ਦੀ, ਸਾਡੀ ਮਾਨਸਿਕ ਸਿਹਤ ਦੀ। ਦੋਸਤੋ, ਜਿੱਦਾਂ ਸਾਡਾ ਪੰਜਾਬ ਜਾਂ ਪੂਰੀ ਦੁਨੀਆ ਦੇ ਵਿੱਚ ਹੋਰ ਬਿਮਾਰੀਆਂ ਦਾ ਬਹੁਤ ਪ੍ਰਚਲਨ ਹੈ, ਇੱਦਾਂ ਹੀ ਜਿਹੜੀਆਂ ਮਾਨਸਿਕ ਬਿਮਾਰੀਆਂ ਨੇ ਉਹਨਾਂ ਦਾ ਪ੍ਰਚਲਨ ਵੀ ਸਾਡੇ ਪੰਜਾਬ 'ਚ ਤੇ ਪੂਰੀ ਦੁਨੀਆ ਦੇ ਵਿੱਚ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ। ਲੋਕ ਦਿਮਾਗੀ ਪਰੇਸ਼ਾਨੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਬਹੁਤੀ ਵਾਰੀ ਕੀ ਹੁੰਦਾ ਵੀ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਉਹਦਾ ਪਤਾ ਲੱਗ ਜਾਂਦਾ ਵੀ ਸਾਨੂੰ ਬੁਖਾਰ ਚੜ੍ਹਿਆ ਜਾਂ ਸਾਨੂੰ ਜ਼ੁਕਾਮ ਹੋਇਆ ਜਾਂ ਸਾਡੇ ਕਿਤੇ ਕਿਸੇ ਅੰਗ 'ਚ ਦਰਦ ਹੋ ਰਿਹਾ ਹੈ। ਪਰ ਮਾਨਸਿਕ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਬਹੁਤੀ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਸੇ ਮਾਨਸਿਕ ਬਿਮਾਰੀ ਤੋਂ ਪਰੇਸ਼ਾਨ ਹੈ, ਜਿਸ ਕਰਕੇ ਜਿਹੜੀ ਬਿਮਾਰੀ ਆ ਵੱਧਦੀ ਜਾਂਦੀ ਹੈ, ਖਤਰਨਾਕ ਰੂਪ ਧਾਰਨ ਕਰਦੀ ਹੈ। ਡਾਕਟਰ ਕੋਲ ਅਸੀਂ ਜਾਂਦੇ ਨਹੀਂ, ਉਹਦਾ ਇਲਾਜ ਕਰਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਦਿਮਾਗੀ ਬਿਮਾਰੀਆਂ ਕਿਹੜੀਆਂ ਨੇ, ਹੋਣ ਦੇ ਕਾਰਨ ਕੀ ਨੇ, ਇਲਾਜ ਕੀ ਹੈ, ਬਚ ਕਿੱਦਾਂ ਸਕਦੇ ਹੈ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਮੇਰੇ ਨਾਲ ਨੇ ਪੰਜਾਬ ਦੇ ਮੰਨੇ ਪ੍ਰਮੰਨੇ ਸਾਈਕੈਟਰਿਸਟ ਡਾਕਟਰ ਸਤਿਨ ਸ਼ਰਮਾ ਜੀ। ਆਪਾਂ ਉਹਨਾਂ ਤੋਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਉਸ ਤੋਂ ਬਾਅਦ ਤੁਹਾਡਾ ਕੋਈ ਸਵਾਲ ਹੋਵੇ, ਤੁਹਾਡੀ ਕੋਈ ਕੁਐਰੀ ਹੋਵੇ ਤਾਂ ਸਾਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛੋ। ਡਾਕਟਰ ਸਾਹਿਬ ਉਹਦਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਦੇਣਗੇ। ਤੁਹਾਡਾ ਜਿਹੜਾ ਸੁਨੇਹਾ, ਤੁਹਾਡਾ ਮੈਸੇਜ ਡਾਕਟਰ ਸਾਹਿਬ ਤੱਕ ਜ਼ਰੂਰ ਪਹੁੰਚਾਇਆ ਜਾਊਗਾ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਾਂਗੇ ਸਵਾਗਤ, ਉਸ ਤੋਂ ਬਾਅਦ ਕਰਾਂਗੇ ਸਵਾਲਾਂ ਦਾ ਸਿਲਸਿਲਾ ਸ਼ੁਰੂ। ਡਾਕਟਰ ਸਾਹਿਬ, ਤੁਹਾਡਾ ਬਾਬੂਸ਼ਾਹੀ ਟਾਈਮਜ਼ ਵਿੱਚ ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਦੀਦਾਰ ਜੀ, ਬੜੀ ਖੁਸ਼ੀ ਹੋਈ ਮੈਨੂੰ ਇਸ ਪਲੇਟਫਾਰਮ ਤੇ ਆ ਕੇ ਜੀ। ਡਾਕਟਰ ਸਾਹਿਬ, ਅੱਜ ਆਪਾਂ ਤੁਹਾਡੀ ਫੀਲਡ ਦੀ, ਤੁਹਾਡੀ ਲਾਈਨ ਦੀ ਹੀ ਗੱਲ ਕਰਾਂਗੇ। ਜਿਹੜੀਆਂ ਦਿਮਾਗੀ ਪ੍ਰੋਬਲਮਸ ਨੇ, ਜਿਹੜੀਆਂ ਆਮ ਤੌਰ ਤੇ ਅੱਜ ਦੀ ਤਰੀਕ ਦੇ ਵਿੱਚ ਸਾਹਮਣੇ ਆਉਂਦੀਆਂ ਨੇ, ਉਹ ਹੈ ਕਿਹੜੀਆਂ ਨੇ? ਠੀਕ, ਜਦੋਂ ਆਪਾਂ ਗੱਲ ਕਰਦੇ ਹਾਂ ਦਿਮਾਗ ਦੀ, ਪਹਿਲਾਂ ਆਪਾਂ ਸਮਝੀਏ ਵੀ ਦਿਮਾਗ ਦਾ ਕੰਮ ਕੀ ਹੈਗਾ ਜੀ, ਹੈ ਨਾ। ਇਨਸਾਨ ਦਾ ਦਿਮਾਗ ਜਾਂ ਕਿਸੇ ਵੀ ਜਾਨਵਰ ਦਾ ਦਿਮਾਗ ਉਸ ਸਰੀਰ ਦਾ ਇੱਕ ਮਾਸਟਰ ਆਰਗਨ ਹੈ ਜੀ, ਜਿਹਨੇ ਕਿ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਨੂੰ ਕੰਟਰੋਲ ਕਰਨਾ ਹੈ ਜੀ, ਹੈ ਨਾ ਜੀ। ਦਿਮਾਗ ਦਾ, ਹਾਲਾਂਕਿ ਜਿਹੜਾ ਇਨਸਾਨੀ ਦਿਮਾਗ ਹੈ ਇਹ ਇਸ ਬ੍ਰਹਮਾਂਡ ਦੀ ਸਭ ਤੋਂ ਜਟਿਲ ਵਸਤੂ ਹੈ ਜੀ। ਜੇ ਆਪਾਂ ਇਹਨੂੰ ਖੋਲ ਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਤੋਂ ਜ਼ਿਆਦਾ ਕੰਪਲੈਕਸ ਚੀਜ਼ ਕੋਈ ਨਹੀਂ ਹੈਗੀ ਜੀ ਜੀ। ਪਰ ਜੇ ਆਪਾਂ ਇਹਦੀ ਫੰਕਸ਼ਨਿੰਗ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹਦੀ ਫੰਕਸ਼ਨਿੰਗ ਬੜੀ ਸਿੰਪਲ ਹੈ ਤੇ ਇੱਕ ਲਾਈਨ 'ਚ ਡਿਫਾਈਨ ਕੀਤੀ ਜਾ ਸਕਦੀ ਹੈ ਜੀ ਜੀ। ਦਿਮਾਗ ਦਾ ਕੰਮ ਸਿਰਫ ਇੰਨਾ ਹੈਗਾ ਕਿ ਉਸ ਜਾਨਵਰ ਨੂੰ ਇੱਕ ਸਟੈਡੀ ਸਟੇਟ ਦੇਵੇ ਜੀ, ਹੋਮਿਓਸਟੇਸਿਸ ਜਿਹਨੂੰ ਅਸੀਂ ਟੈਕਨੀਕਲ ਭਾਸ਼ਾ 'ਚ ਕਹਿੰਦੇ ਆ ਜੀ ਜੀ, ਬਈ ਉਹ ਸੰਤੁਲਨ ਬਣਾ ਕੇ ਰੱਖੇ ਜਿਹਦੇ ਅੰਦਰ ਕਿ ਉਹ ਜਾਨਵਰ, ਜਾਂ ਮੈਂ ਜਾਨਵਰ ਕਹਿੰਦਾ ਪਰ ਇਨਸਾਨ, ਪੂਰੀ ਤਰ੍ਹਾਂ ਨਾਲ ਕੰਮ ਕਰ ਸਕੇ ਜੀ ਜੀ। ਠੀਕ ਹੈ ਜੀ। ਹੁਣ ਉਹ ਜਿਹੜਾ ਸੰਤੁਲਨ ਹੈਗਾ ਉਹ ਆਪਣੀ ਸੋਚ ਕਰਕੇ, ਉਹ ਸੰਤੁਲਨ ਐਨਵਾਇਰਨਮੈਂਟ ਕਰਕੇ, ਉਹ ਸੰਤੁਲਨ ਜਿਹੜੇ ਸਟ੍ਰੈਸ ਕਰਕੇ ਕਈ ਵਾਰ ਵਿਗੜ ਜਾਂਦਾ ਹੈ। ਜਦੋਂ ਉਹ ਸੰਤੁਲਨ ਵਿਗੜ ਜਾਂਦਾ ਤੇ ਇੱਕ ਹੋਰ ਬਹੁਤ ਵੱਡਾ ਕਾਰਨ ਜੈਨੇਟਿਕ ਵੀ ਜਿਹੜਾ ਤੁਸੀਂ ਜੈਨੇਟਿਕ ਮੈਪ ਲੈ ਕੇ ਪੈਦਾ ਹੋਏ ਹੋ, ਉਹ ਕਿਸੇ ਸਟ੍ਰੈਸ ਕਰਕੇ ਛੇਤੀ ਵਿਗੜ ਜਾਂਦਾ ਜੀ। ਜਦੋਂ ਵੀ ਉਹ ਸੰਤੁਲਨ ਵਿਗੜ ਜਾਂਦਾ ਤੇ ਆਪਾਂ ਉਸ ਚੀਜ਼ ਨੂੰ ਬਿਹੇਵੀਅਰ 'ਚ ਦੇਖਦੇ ਹਾਂ, ਉਹਨੂੰ ਆਪਾਂ ਦਿਮਾਗੀ ਬਿਮਾਰੀ ਜਾਂ ਮੈਂਟਲ ਇਲਨੈਸ ਕਹਿੰਦੇ ਹਾਂ ਜੀ, ਹੈ ਨਾ ਜੀ। ਆਮ ਤੌਰ ਉੱਤੇ ਦੀਦਾਰ ਜੀ ਇੱਕ ਸਾਈਕੈਟਰਿਸਟ ਲਈ
ਨਜ਼ਲਾ ਤੇ ਜ਼ੁਕਾਮ ਜਿਹੜੀ ਹੈ ਉਹ ਅੱਜ ਦੀ ਡੇਟ 'ਚ ਐਂਗਜ਼ਾਇਟੀ ਤੇ ਡਿਪਰੈਸ਼ਨ ਹੈਗੀ ਹੈ, ਜਿਹੜੀ ਕਿ ਅਸੀਂ ਬਹੁਤ ਜ਼ਿਆਦਾ ਲੋਕਾਂ 'ਚ ਬਹੁਤ ਜ਼ਿਆਦਾ ਤਾਦਾਦ 'ਚ ਦੇਖ ਰਹੇ ਹਾਂ। WHO ਨੇ ਵੀ ਇਹ ਸਟੱਡੀ ਕੀਤੀ ਸੀਗੀ ਕਿ ਆਉਣ ਵਾਲੇ ਟਾਈਮ 'ਚ ਜਾਂ ਸ਼ਾਇਦ ਆਪਾਂ ਉਸ ਟਾਈਮ ਤੇ ਹੁਣ ਪਹੁੰਚ ਗਏ ਹਾਂ ਜੀ ਜੀ, ਜਿੱਥੇ ਸਾਈਕੋਲੋਜੀਕਲ ਡਿਸਆਰਡਰਸ, ਮੈਂਟਲ ਇਲਨੈਸਿਸ, ਹਾਰਟ ਤੇ ਜਿਹੜਾ ਆਪਣਾ ਸਰਕੂਲੇਟਰੀ ਸਿਸਟਮ ਹੈ ਉਹਦੀਆਂ ਬਿਮਾਰੀਆਂ ਨੂੰ ਹੁਣ ਓਵਰਟੇਕ ਕਰ ਚੁੱਕਿਆ ਹੈ ਐਜ਼ ਦੀ ਲੀਡਿੰਗ ਕਾਜ਼ ਆਫ ਲਾਸ ਆਫ ਵਰਕ, ਲਾਸ ਆਫ ਮੈਨ ਆਵਰਸ ਐਂਡ ਐਜ਼ ਵੈਲ ਐਜ਼ ਅਨਫੋਰਚੂਨੇਟਲੀ ਲਾਸ ਆਫ ਲਾਈਫ। ਅੱਜ ਦੀ ਤਰੀਕ ਦੇ ਅੰਦਰ ਜਿਹੜੀ ਸੁਸਾਈਡ ਹੈ, ਆਤਮ ਹੱਤਿਆ ਜਿਹੜੀ ਹੈ, ਉਭਰ ਕੇ ਇੱਕ ਬਹੁਤ ਵੱਡਾ ਕਾਰਨ ਆਫ ਡੈਥ ਅਮੰਗਸਟ ਦੀ ਯੰਗ ਪੀਪਲ ਇਹ ਬਣ ਰਿਹਾ ਹੈ। ਇਹ ਬਣ ਰਿਹਾ ਬਿਲਕੁਲ ਹੈ ਨਾ ਜੀ। ਤਾਂ ਮਾਨਸਿਕ ਰੋਗ 'ਚ ਆਪਾਂ ਕਹੀਏ ਤਾਂ ਡਿਪਰੈਸ਼ਨ, ਐਂਗਜ਼ਾਇਟੀ ਤੇ ਸਭ ਤੋਂ ਜ਼ਿਆਦਾ ਸੀਵੀਅਰ ਫਾਰਮ 'ਚ ਸੁਸਾਈਡ ਜੀ, ਇਹ ਕਾਮਨਲੀ ਵੱਧ ਰਿਹਾ ਹੈ। ਦੂਜੀਆਂ ਚੀਜ਼ਾਂ ਜਿਹੜੀਆਂ ਆਪਾਂ ਦੇਖਦੇ ਹਾਂ ਉਹ ਹੈਗੇ ਨੇ ਬਾਈਪੋਲਰ ਡਿਸਆਰਡਰ, ਜਿਹਨੂੰ ਕਿ ਮੂਡ ਡਿਸਆਰਡਰ ਕਿਹਾ ਜਾਂਦਾ ਵੀ ਮਨ ਦੀ ਜਿਹੜੀ ਅਵਸਥਾ ਹੈ ਉਹ ਕਦੇ ਬਹੁਤ ਜ਼ਿਆਦਾ ਤੇਜ਼ੀ ਵੱਲ ਜਾਂ ਕਦੇ ਬਿਲਕੁਲ ਢਹਿੰਦੀ ਕਲਾਂ ਵੱਲ, ਐਂਦੀ ਕਲਬ ਆ ਜਾਂਦੀ, ਇਹਨੂੰ ਕਹਿੰਦੇ ਨੇ ਬਾਈਪੋਲਰ ਮੂਡ ਡਿਸਆਰਡਰ। ਠੀਕ ਹੈ ਜੀ। ਉਸ ਤੋਂ ਇਲਾਵਾ ਨਸ਼ਿਆਂ ਦੀ ਸਮੱਸਿਆਵਾਂ, ਉਸ ਤੋਂ ਇਲਾਵਾ ਸਲੀਪ ਡਿਸਆਰਡਰਸ, ਨੀਂਦ ਦੀਆਂ ਸਮੱਸਿਆਵਾਂ, ਹੈ ਨਾ। ਇਹ ਜਿਹੜੀਆਂ ਸਾਰੀਆਂ ਨੇ ਇਹ ਬ੍ਰੌਡਲੀ ਮੈਂਟਲ ਹੈਲਥ ਦੀ ਅੰਬਰੇਲਾ ਦੇ ਅੰਡਰ ਆਉਂਦੀਆਂ ਨੇ। ਮੈਂਟਲ ਇਲਨੈਸਿਸ ਦੇ ਅਲੱਗ-ਅਲੱਗ ਟਾਈਪਸ ਨੇ ਜੀ। ਡਾਕਟਰ ਸਾਹਿਬ ਇਹਨਾਂ ਦੇ ਹੋਣ ਦੇ ਜਿਹੜੇ ਪ੍ਰਮੁੱਖ ਕਾਰਨ ਨੇ ਉਹ ਕੀ ਨੇ? ਸਭ ਤੋਂ ਪਹਿਲਾ ਕਾਰਨ ਕਿਸੇ ਵੀ ਮਾਨਸਿਕ ਰੋਗ ਦੇ ਹੋਣ ਦਾ ਜੈਨੇਟਿਕ ਮੇਕਅਪ ਹੈ। ਆਪਾਂ ਦੇਖਦੇ ਹਾਂ ਕਿ ਕੁਝ ਪਾਰਟਿਕੂਲਰ ਪੋਪੂਲੇਸ਼ਨਸ 'ਚ ਮਾਨਸਿਕ ਰੋਗ ਜ਼ਿਆਦਾ ਹੁੰਦੇ ਨੇ। ਇਹਦਾ ਜਿਵੇਂ ਦੱਸਿਆ ਸਭ ਤੋਂ ਵੱਡਾ ਕਾਰਨ ਹੋ ਗਿਆ ਜੈਨੇਟਿਕ। ਉਸ ਤੋਂ ਬਾਅਦ ਹੋ ਗਿਆ ਜੀ ਸਾਈਕੋਲੋਜੀਕਲ। ਸਾਈਕੋਲੋਜੀਕਲ ਮਤਲਬ ਤੁਹਾਡਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ, ਤੁਹਾਡਾ ਜਾਂ ਆਪਣੇ ਆਲੇ ਦੁਆਲੇ ਦੀ ਰਿਐਲਿਟੀ ਨੂੰ ਇੰਟਰਪ੍ਰੇਟ ਕਰਨ ਦਾ ਤੇ ਉਹਦੇ ਨਾਲ ਰਿਸਪੌਂਡ ਕਰਨ ਦਾ ਤਰੀਕਾ, ਇਹ ਸਾਈਕੋਲੋਜੀਕਲ ਕਾਰਨ। ਤੀਸਰਾ ਤੇ ਜਿਹੜਾ ਹੁਣ ਵੱਧ ਰਿਹਾ ਹੈ ਕਾਰਨ ਉਹ ਹੈਗੇ ਨੇ এনवायरमेंटल ਫੈਕਟਰਸ, ਜਿਹਨੂੰ ਆਪਾਂ ਕਹਿੰਦੇ ਆ ਸਟ੍ਰੈਸ, ਹੈ ਨਾ। ਰਿਦਾਰ ਜੀ, ਤੁਸੀਂ ਆਪਣੇ ਇਨਸਾਨ ਦੀ ਉਤਪਤੀ ਤੋਂ ਲੈ ਕੇ ਜਿਹੜੀ ਆਦਮਜਾਤ ਦੀ ਪ੍ਰੋਗਰੈਸ ਨੂੰ ਜਿਵੇਂ ਜਿਵੇਂ ਆਪਾਂ ਦੇਖਦੇ ਹਾਂ ਜੀ ਜੀ, ਆਪਾਂ ਦੇਖਦੇ ਹਾਂ ਵੀ ਆਪਾਂ ਹੋਰ ਤੇ ਹੋਰ ਅਨਨੈਚੁਰਲ ਹੁੰਦੇ ਜਾ ਰਹੇ ਹਾਂ। ਆਪਾਂ ਅੱਜ ਇੱਕ ਆਰਟੀਫੀਸ਼ੀਅਲੀ ਲਾਈਟਡ ਕਮਰੇ 'ਚ ਬੈਠੇ ਹਾਂ, ਅੱਜ ਤੋਂ 100 ਸਾਲ ਪਹਿਲਾਂ ਰਿਐਲਿਟੀ ਨਹੀਂ ਸੀ, ਬਿਲਕੁਲ ਹੈ ਨਾ ਜੀ। ਅੱਜ ਦੀ ਡੇਟ ਦੇ ਅੰਦਰ ਆਪਾਂ ਕਾਰਾਂ 'ਚ ਜਾਂਦੇ ਹਾਂ, ਅੱਜ ਦੀ ਡੇਟ 'ਚ ਆਪਾਂ 에ਅਰ ਕੰਡੀਸ਼ਨਡ ਮਾਹੌਲ 'ਚ ਬੈਠਦੇ ਹਾਂ। ਠੀਕ ਹੈ ਜੀ। ਤੇ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਡਿਸਰਪਸ਼ਨ ਹੋ ਰਹੀ ਹੈ ਉਹਦਾ ਨਾਮ ਹੈਗਾ ਮੋਬਾਈਲ ਫੋਨ। ਬਿਲਕੁਲ ਠੀਕ ਹੈ। ਸਾਡਾ ਜਿਹੜਾ ਬ੍ਰੇਨ ਹੈ ਇਹਦਾ ਫਿਜ਼ੀਕਲ ਸਟਰਕਚਰ ਵੀ ਮੋਬਾਈਲ ਫੋਨ ਅੱਜ ਚੇਂਜ ਕਰ ਰਿਹਾ। ਆਪਾਂ ਨੂੰ ਇਹ ਸਮਝ ਹੀ ਨਹੀਂ ਆਉਂਦਾ ਬਈ ਇੱਕ ਡਿਵਾਈਸ ਨੇ ਆਪਣੇ ਬ੍ਰੇਨ ਨੂੰ ਕਿੰਨਾ ਟੇਕ ਓਵਰ ਕਰ ਲਿਆ। ਓਕੇ, ਇਹਦੀ ਮੈਂ ਜੇ ਬੜੀ ਇੱਕ ਤੁਹਾਨੂੰ ਸਿੰਪਲ ਜਿਹੀ ਉਦਾਹਰਨ ਦਵਾਂ, ਜਦੋਂ ਤੁਸੀਂ ਛੋਟੇ ਸੀਗੇ ਬੱਚੇ, ਤੁਹਾਨੂੰ ਯਾਦ ਹੋਊਗਾ ਵੀ ਤੁਸੀਂ ਬੋਰ ਹੁੰਦੇ ਸੀ। ਕਈ ਵਾਰ ਇਹੋ ਜਿਹਾ ਟਾਈਮ ਹੁੰਦਾ ਸੀ ਜਦੋਂ ਟਾਈਮ ਨਹੀਂ ਸੀ ਲੰਘਦਾ, ਇੱਦਾਂ ਲੱਗਦਾ ਸੀ ਵੀ ਕੀ ਕਰੀਏ, ਬੋਰ ਹੋ ਗਏ। ਬਿਲਕੁਲ ਠੀਕ ਹੈ। ਅੱਜ ਦੇ ਬੱਚੇ ਕੋਲੇ ਉਹ ਚੋਇਸ ਹੀ ਨਹੀਂ ਹੈ। ਅੱਜ ਦਾ ਬੱਚਾ ਬੋਰ ਹੀ ਨਹੀਂ ਹੋ ਸਕਦਾ, ਨਹੀਂ ਉਹ ਤਾਂ ਬੋਰ ਹੋ ਹੀ ਨਹੀਂ ਸਕਦਾ ਕਿਉਂਕਿ ਮੋਬਾਈਲ ਉਹਦੇ ਹੱਥ 'ਚ ਹੈ। ਹਾਂਜੀ ਹਾਂ। ਅੱਜ ਦੀ ਕੰਡੀਸ਼ਨ ਹੈਗੀ ਹੈ ਕਨਸਟੈਂਟ ਡਿਸਟਰੈਕਸ਼ਨ। ਬਈ ਤੁਹਾਡੀ ਅਟੈਂਸ਼ਨ ਦੇ ਲਈ 4000 ਚੀਜ਼ਾਂ ਕੰਪੀਟ ਕਰ ਰਹੀਆਂ ਨੇ, ਐਡਵਰਟਾਈਜ਼ਿੰਗ ਦੇ ਮੈਸੇਜ ਆ ਰਹੇ ਹਾਂਜੀ ਨੇ, ਹਾਂ, ਗੇਮਸ ਹੈਗੀਆਂ ਨੇ, ਸੋਸ਼ਲ ਮੀਡੀਆ ਹੈਗਾ। ਤਾਂ ਦੇਖੋ ਵਿਦਿਨ ਦਿਸ ਮਚ ਲਾਈਫ ਟਾਈਮ ਆਪਣਾ ਲਾਈਫ ਸਟਾਈਲ ਕਿੰਨਾ ਚੇਂਜ ਹੋ ਗਿਆ। ਤੇ ਇਹ ਸਾਰਾ ਕੁਝ ਅਨਨੈਚੁਰਲ ਹੈ। ਇਹ ਉਸ ਇਨਸਾਨ ਦੇ ਲਈ ਨਾਰਮਲ ਨਹੀਂ ਹੈਗਾ ਜਿਹੜਾ ਅੱਜ ਤੋਂ 200 ਸਾਲ ਪਹਿਲਾਂ ਸੀਗਾ। ਤੇ ਇਹ ਜਿਹੜੇ ਚੇਂਜਸ ਖਾਸ ਤੌਰ ਤੇ ਪਿਛਲੇ 20 ਸਾਲ 'ਚ ਆਏ ਨੇ, ਟੈਕਨੋਲੋਜੀ ਦੀ ਬਹੁਤ ਜ਼ਿਆਦਾ ਆਪਣੀ ਲਾਈਫ ਦੇ ਅੰਦਰ ਇੰਟਰਫੇਰੈਂਸ, ਇਸ ਕਰਕੇ ਸਟ੍ਰੈਸ ਵਧੇ ਨੇ, ਇਸੇ ਕਰਕੇ ਦਿਮਾਗੀ ਪਰੇਸ਼ਾਨੀਆਂ, ਬਿਮਾਰੀਆਂ ਵੀ ਵੱਧਦੀਆਂ ਜਾ ਰਹੀਆਂ ਨੇ। ਅਸੀਂ ਇਨਫੈਕਟ ਹੁਣ ਟੈਕਨੋਲੋਜੀ ਡਿਪੈਂਡੈਂਸ ਨੂੰ, ਵੀਡੀਓ ਗੇਮ ਡਿਪੈਂਡੈਂਸ ਨੂੰ, ਇੰਟਰਨੈਟ ਐਡਿਕਸ਼ਨ ਨੂੰ ਨਸ਼ੇ ਦੀ ਤਰਜ਼ ਉੱਤੇ ਟ੍ਰੀਟ ਵੀ ਕਰਨਾ ਸ਼ੁਰੂ ਕੀਤਾ ਵੀ ਕਰਨਾ ਸ਼ੁਰੂ ਕਰ ਜੀ। ਡਾਕਟਰ ਸਾਹਿਬ, ਪਤਾ ਕਿਵੇਂ ਲੱਗੇ ਬੰਦੇ ਨੂੰ ਵੀ ਮੈਂ ਮਾਨਸਿਕ ਤੌਰ ਤੇ ਬਿਮਾਰ ਹਾਂ, ਜਿਹੜਾ ਸਭ ਤੋਂ ਪ੍ਰਿੰਸੀਪਲ ਕੁਐਸਚਨ ਹੈ? ਬਹੁਤ ਵਧੀਆ ਸਵਾਲ। ਕਹਿਣ ਨੂੰ ਤਾਂ ਫਿਰ ਲੱਗਦਾ ਹੀ ਨਹੀਂ ਬੰਦੇ, ਉਹ ਤਾਂ ਕਹਿੰਦਾ ਮੈਂ ਤਾਂ ਠੀਕ ਹਾਂ ਜੀ। ਜਿਹੜਾ ਜਿੰਨਾ ਮਾਨਸਿਕ ਤੌਰ ਤੇ ਜ਼ਿਆਦਾ ਬਿਮਾਰ ਹੈ ਉਹ ਤਾਂ ਆਪਦੇ ਆਪ ਨੂੰ ਬਿਮਾਰ ਕਦੇ ਕਹਿੰਦਾ ਹੀ ਨਹੀਂ। ਹਾਂ, ਇਹ ਅਲੱਗ ਕਨਸੈਪਟ ਹੈ। ਜਿਹੜੀ ਤੁਸੀਂ ਗੱਲ ਬਿਲਕੁਲ ਠੀਕ ਕਹੀ ਹੈ ਕਿ ਮਰੀਜ਼ ਨੂੰ ਸ਼ਾਇਦ ਕਦੇ ਲੱਗਦਾ ਨਹੀਂ ਵੀ ਮੈਂ ਬਿਮਾਰ ਹਾਂ। ਹਾਂਜੀ, ਉਹਨੂੰ ਅਸੀਂ ਇਨਸਾਈਟ ਕਹਿੰਦੇ ਆ ਟੈਕਨੀਕਲ ਭਾਸ਼ਾ 'ਚ, ਵੀ ਆਪਣੀ ਬਿਮਾਰੀ ਦੇ ਅੰਦਰ ਆਪਣੇ ਇਨਸਾਨ ਨੂੰ ਕਿੰਨੀ ਸਮਝ ਆ ਰਹੀ ਹੈ, ਉਹ ਇਨਸਾਈਟ ਦੀ ਗੱਲ ਹੋ ਗਈ, ਹੈ ਨਾ। ਉਸ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਉਹ ਸੀਗਾ ਕਿ ਮਰੀਜ਼ ਨੂੰ ਕਦੋਂ ਇਹ ਪਤਾ ਚੱਲੂ ਵੀ ਮੈਨੂੰ ਇਲਾਜ ਦੀ ਲੋੜ ਹੈ। ਇਨਸਾਈਟ ਇੱਕ ਛੋਟੇ ਜਿਹੇ ਗਰੁੱਪ ਦੇ ਅੰਦਰ ਹੁੰਦੀ ਹੈ ਜਿਹਦੇ ਅੰਦਰ ਬਿਲਕੁਲ ਐਬਸੈਂਟ ਹੁੰਦੀ ਹੈ। ਜੀ ਜੀ। ਪਰ ਜ਼ਿਆਦਾਤਰ ਜਿਹੜੀਆਂ ਮੈਂ ਬਿਮਾਰੀਆਂ ਦੀ ਗੱਲ ਕਰ ਰਿਹਾ, ਐਂਗਜ਼ਾਇਟੀ ਤੇ ਡਿਪਰੈਸ਼ਨ,
ਇਹਦੇ ਅੰਦਰ ਇਨਸਾਈਟ ਕਾਫੀ ਪ੍ਰੀਜ਼ਰਵਡ ਹੁੰਦੀ ਹੈ, ਲੋਕਾਂ ਨੂੰ ਪਤਾ ਹੁੰਦਾ ਵੀ ਮੈਂ ਠੀਕ ਨਹੀਂ ਹੈਗਾ, ਪਰ ਇਹਨੂੰ ਆਪਾਂ ਨਾਪੀਏ ਕਿਵੇਂ? ਕਿਉਂਕਿ ਦਿਮਾਗੀ ਪਰੇਸ਼ਾਨੀਆਂ, ਬਿਮਾਰੀਆਂ ਜਿਹੜੀਆਂ ਨੇ, ਨਾ ਤਾਂ ਇਹ ਖੂਨ ਦੇ ਕਿਸੇ ਟੈਸਟ 'ਚ ਆਉਣਗੀਆਂ, ਬਿਲਕੁਲ ਠੀਕ ਹੈ, ਨਾ ਕਿਸੇ ਇਹ ਸਕੈਨ 'ਚ ਆਉਣਗੀਆਂ, ਨਾ ਕਿਸੇ ਇਹ ਇਨਵੈਸਟੀਗੇਸ਼ਨ 'ਚ ਆਉਣਗੀਆਂ। ਇਹ ਤਾਂ ਇੱਕ ਸਬਜੈਕਟਿਵ ਐਕਸਪੀਰੀਅੰਸ ਹੈ, ਮੈਂ ਅੰਦਰ ਮਹਿਸੂਸ ਕਰ ਰਿਹਾ, ਮੇਰਾ ਮਨ ਉਦਾਸ ਹੈ, ਪਰ ਇਹਨੂੰ ਮੈਂ ਕੱਢ ਕੇ ਕਿਵੇਂ ਕਿਸੇ ਨੂੰ ਦਿਖਾਵਾਂ, ਇਹਨੂੰ ਮੈਂ ਕਿਵੇਂ ਨਾਪਾਂ? ਹਾਂਜੀ ਬਿਲਕੁਲ। ਇਹਦੇ ਅੰਦਰ ਜਿਹੜੀ ਮੈਂ ਆਮ ਤੌਰ ਉੱਤੇ ਇੱਕ ਯੂਜ਼ ਕਰਦਾ ਹੈਗਾ ਐਗਜ਼ਾਮਪਲ, ਉਹ ਮੈਂ ਕਹਿੰਦਾ, ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਪੌੜੀ ਚੜ੍ਹਨਾ ਸਿਖਾਇਆ। ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ ਤੇ ਹੱਲ ਕੀਤਾ ਉਹਨਾਂ ਨੇ। ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ। ਕਦੇ ਉਹ ਬੁਰੇ ਲੱਗਦੇ ਨੇ ਤੇ ਕਦੇ ਚੰਗੇ, ਪਰ ਮਾਂ-ਬਾਪ ਕਦੀ ਬਦਲੇ ਨਹੀਂ ਜਾਂਦੇ। ਵੀ ਦੇਖੋ, ਇਨਸਾਨ ਦੀ ਫੰਕਸ਼ਨਿੰਗ ਦੇ ਦੋ ਪ੍ਰਮੁੱਖ ਏਰੀਆਜ਼ ਹੁੰਦੇ ਨੇ। ਪਹਿਲਾ ਏਰੀਆ ਹੈਗਾ ਤੁਹਾਡਾ ਮੇਨ ਕੰਮ, ਠੀਕ ਹੈ ਜੀ, ਜੇ ਤੁਸੀਂ ਸਟੂਡੈਂਟ ਹੋ ਤੁਹਾਡਾ ਕੰਮ ਪੜ੍ਹਾਈ ਹੈਗੀ, ਪੜ੍ਹਾਈ। ਦੂਜਾ ਮੇਨ ਏਰੀਆ ਹੁੰਦਾ ਤੁਹਾਡੇ ਕਲੋਜ਼ ਰਿਲੇਸ਼ਨਸ਼ਿਪਸ। ਜੇ ਇਹਨਾਂ ਦੋਨਾਂ ਏਰੀਆਜ਼ ਚੋਂ ਕਿਸੇ ਇੱਕ ਦੇ ਅੰਦਰ ਜਾਂ ਦੋਹਾਂ ਦੇ ਅੰਦਰ ਤੁਹਾਨੂੰ ਲੱਗੇ ਕਿ ਤੁਸੀਂ ਆਪਰੇਟ ਨਹੀਂ ਕਰ ਪਾ ਰਹੇ, ਓਕੇ ਹੈ ਨਾ ਜੀ, ਤੇ ਸਰੀਰਕ ਪੱਖੋਂ ਤੁਸੀਂ ਠੀਕ ਹੋ, ਸਰੀਰ ਠੀਕ ਹੈ, ਪਰ ਇਹਨਾਂ ਦੋਨਾਂ ਏਰੀਆਜ਼ 'ਚ ਤੁਸੀਂ ਕਾਰਗਰ ਨਹੀਂ ਹੋ ਪਾ ਰਹੇ, ਤਾਂ ਇਹ ਸਮਝਣ ਦੀ ਲੋੜ ਹੈ ਕਿ ਹੋ ਸਕਦਾ ਹੈ ਸਭ ਤੋਂ ਜ਼ਿਆਦਾ ਵੱਡਾ ਕਾਰਨ ਇਹ ਹੈ ਵੀ ਕੋਈ ਮਾਨਸਿਕ ਰੋਗ ਹੈ ਜਿਸ ਨਾਲ ਤੁਸੀਂ ਜੂਝ ਰਹੇ ਹੋ, ਤੇ ਉਹਦੇ ਲਈ ਕਿਸੇ ਸਪੈਸ਼ਲਿਸਟ ਨੂੰ ਮਿਲ ਕੇ ਉਹਦਾ ਡਾਇਗਨੋਸਿਸ ਕਰਾਉਣਾ, ਸਮਝਣਾ ਵੀ ਕੀ ਬਿਮਾਰੀ ਹੈ, ਤੇ ਉਹਦੀ ਮੈਨੇਜਮੈਂਟ ਪਲਾਨ ਕਰਨੀ ਤੇ ਇਲਾਜ ਲੈਣਾ, ਇਹ ਸਭ ਤੋਂ ਜ਼ਿਆਦਾ ਕਾਰਗਰ ਅੱਜ ਦੇ ਟਾਈਮ 'ਚ ਚੀਜ਼ ਹੋਏਗੀ। ਚਲੋ ਡਾਕਟਰ ਸਾਹਿਬ, ਇਸ ਤੋਂ ਅਗਲਾ ਸਵਾਲ ਹੈ ਜੀ, ਜਦੋਂ ਡਿਟੈਕਟ ਹੋ ਗਏ, ਹਾਂ, ਕਿਸੇ ਵੀ ਮਰੀਜ਼ ਨੂੰ ਪਤਾ ਲੱਗ ਗਿਆ ਵੀ ਮੈਨੂੰ ਕੋਈ ਨਾ ਕੋਈ ਮਾਨਸਿਕ ਬਿਮਾਰੀ ਹੈਗੀ ਹੈ ਜੀ, ਮੈਂ ਇਹ ਤੋਂ ਪਰੇਸ਼ਾਨ ਹਾਂ, ਉਹਨੂੰ ਲੱਗਣ ਲੱਗ ਗਿਆ ਵੀ ਮੈਨੂੰ, ਚਲੋ ਉਹਨੇ ਕਿਤੇ ਸਰਚ ਕਰ ਲਿਆ ਜਾਂ ਉਹਨੂੰ ਲੱਗਿਆ ਵੀ ਮੈਨੂੰ ਹੁਣ ਇਲਾਜ ਦੀ ਲੋੜ ਹੈ, ਫਿਰ ਉਹ ਮਰੀਜ਼ ਕੀ ਕਰੇ? ਬਿਲਕੁਲ, ਮਾਨਸਿਕ ਰੋਗ ਹੁਣ ਪ੍ਰੋਬਲਮ ਕੀ ਆਉਂਦੀ ਹੈ ਕਿ ਕਿਉਂਕਿ ਇਹ ਇਨਵਿਜ਼ੀਬਲ ਇਲਨੈਸ ਹੈ। ਮਾਨਸਿਕ ਰੋਗ ਉੱਤੇ ਜਿੰਨੀ ਠੀਕ ਇਨਫੋਰਮੇਸ਼ਨ ਅਵੇਲੇਬਲ ਹੈ ਆਪਣੇ ਰਿਸੋਰਸਿਸ ਦੇ ਰਾਹੀਂ, ਇੰਟਰਨੈਟ ਦੇ ਰਾਹੀਂ, ਉਸ ਤੋਂ ਕਿਤੇ ਜ਼ਿਆਦਾ ਮਿਸ ਇਨਫੋਰਮੇਸ਼ਨ ਅਵੇਲੇਬਲ ਹੈ, ਓਕੇ ਹੈ ਨਾ। ਮਿਸ ਇਨਫੋਰਮੇਸ਼ਨ ਜਿਸ ਤੌਰ ਤੇ ਮਾਨਸਿਕ ਰੋਗ ਲਈ ਦਵਾਈਆਂ ਇੱਕ ਵਾਰ ਸ਼ੁਰੂ ਕਰ ਦਿਓ ਤਾਂ ਛੁੱਟਦੀਆਂ ਨਹੀਂ, ਇਹਨਾਂ ਦਵਾਈਆਂ ਦੇ ਸਾਈਡ ਇਫੈਕਟ ਬੜੇ ਖਤਰਨਾਕ ਹੁੰਦੇ ਨੇ, ਇਹਨਾਂ ਦਵਾਈਆਂ ਤੇ ਬੰਦਾ ਡਿਪੈਂਡੈਂਟ ਹੋ ਜਾਂਦਾ ਹੈ, ਤਾਂ ਨਸ਼ੇ ਵਾਲੀ ਗੋਲੀਆਂ ਹੁੰਦੀਆਂ ਨੇ, ਹੈ ਨਾ। ਇਸ ਤਰ੍ਹਾਂ ਦੀਆਂ ਆਮ ਤੌਰ ਉੱਤੇ ਧਾਰਨਾਵਾਂ ਤੇ ਆਮ ਤੌਰ ਉੱਤੇ ਇਹ ਜਿਹੀ ਸੋਚ ਤੇ ਵਿਚਾਰ ਪ੍ਰਣਾਲੀ ਜਿਹੜੀ ਹੈ ਲੋਕਾਂ ਨੂੰ ਮਿਲਦੀ ਹੈ। ਮੈਂ ਅਗੇਨ ਐਗਜ਼ਾਮਪਲ ਲਊਂਗਾ ਆਪਣੇ ਇੱਕ ਮੋਬਾਈਲ ਫੋਨ ਦਾ। ਤੁਹਾਨੂੰ ਯਾਦ ਹੈ ਉਹ ਟਾਈਮ ਜਦੋਂ ਆਪਾਂ ਮੋਬਾਈਲ ਫੋਨ ਦੇ ਉੱਤੇ ਟਰੰਕ ਕਾਲਾਂ ਬੁੱਕ ਕਰਾਇਆ ਕਰਦੇ ਸੀ ਦੂਜੇ ਸ਼ਹਿਰ 'ਚ ਗੱਲ ਕਰਨ ਲਈ? ਹਾਂ, ਤੂੰ ਟੈਲੀਫੋਨ ਤੇ ਵੀ ਹੁੰਦੀਆਂ ਸੀ, ਟੈਲੀਫੋਨ ਤੇ ਵੀ ਉਹ ਜਿਹੜੇ ਟੈਲੀਫੋਨ ਹੁੰਦਾ ਸੀ ਉਹਦੇ ਉੱਤੇ ਆਪਾਂ ਟਰੰਕ ਕਾਲ ਬੁੱਕ ਕਰਾਉਂਦੇ ਹੁੰਦੇ ਸੀ। ਅੱਜ ਦੀ ਡੇਟ 'ਚ ਤੁਸੀਂ ਅਮਰੀਕਾ ਵੀਡੀਓ ਕਾਲ ਕਰ ਲਓ ਨਾਲ ਦੀ ਨਾਲ ਫੋਨ ਚੱਕ ਕੇ। ਹਾਂਜੀ ਬਿਲਕੁਲ, ਠੀਕ ਹੈ ਨਾ। ਤਾਂ ਇਸ ਇੱਕ ਟੈਕਨੋਲੋਜੀ ਜਿਹਨੂੰ ਕਮਿਊਨੀਕੇਸ਼ਨ ਟੈਕਨੋਲੋਜੀ 'ਚ ਆਪਾਂ ਇੰਨਾ ਰੈਵੋਲੂਸ਼ਨ ਦੇਖ ਲਿਆ ਪਿਛਲੇ 15-20 ਸਾਲਾਂ 'ਚ। ਹਾਂ, ਕੋਈ ਬਹੁਤਾ ਲੰਬਾ ਸਮਾਂ ਨਹੀਂ, ਕੋਈ ਬਹੁਤ ਲੰਬਾ ਸਮਾਂ ਨਹੀਂ। ਮੈਂ ਇੱਕ ਸੈਕਿੰਡ ਜਨਰੇਸ਼ਨ ਸਾਈਕੈਟਰਿਸਟ ਹਾਂ, ਮੇਰੇ ਪਿਤਾ ਜੀ ਵੀ ਇਸੇ ਫੀਲਡ 'ਚ ਸੀਗੇ ਜੀ। ਰਜਿੰਦਰਾ ਹਸਪਤਾਲ ਪਟਿਆਲਾ ਤੋਂ ਉਹ ਰਿਟਾਇਰ ਹੋਏ ਨੇ ਪ੍ਰਮੁਖੀ ਹੈੱਡ ਦੇ ਤੌਰ ਤੇ ਮੈਂ ਉਹਨਾਂ ਦੀ ਜਰਨੀ ਦੇਖੀ ਹੈਗੀ ਹੈ ਜੀ। ਜਦੋਂ ਮੇਰੇ ਪਿਤਾ ਜੀ ਨੇ MD ਸਾਈਕੈਟਰੀ ਜੁਆਇਨ ਕੀਤੀ ਸੀ, ਉਹਨਾਂ ਕੋਲੇ 3 ਮੋਲੀਕਿਊਲ ਸੀਗੇ, 3 ਤਰ੍ਹਾਂ ਦੀਆਂ ਦਵਾਈਆਂ ਸੀਗੀਆਂ, ਤੇ ਚੌਥੀ ਪ੍ਰਣਾਲੀ ਸੀਗੀ ECT, ਜਿਹਨੂੰ ਆਪਾਂ ਇਲੈਕਟ੍ਰਿਕ ਸ਼ੌਕ ਥੈਰੇਪੀ ਜਾਂ ਇਲੈਕਟ੍ਰੋਕਨਵਲਸਿਵ ਥੈਰੇਪੀ ਕਹਿੰਦੇ ਆ। ਅੱਛਾ ਜੀ, ਓਕੇ। ਉਹਨਾਂ ਕੋਲੇ ਇਹ 4 ਹਥਿਆਰ ਸੀਗੇ। ਅੱਜ ਮੇਰੇ ਕੋਲ 200 ਤੋਂ ਜ਼ਿਆਦਾ ਨੇ ਮੋਲੀਕਿਊਲਸ, ਓਕੇ, ਠੀਕ ਹੈ। ਜੇ ਆਪਾਂ ਦੇਖਦੇ ਹਾਂ ਵੀ ਦੁਨੀਆ ਦੇ ਸਭ ਤੋਂ ਵਧੀਆ ਬ੍ਰੇਨ ਇੱਕ ਮੋਬਾਈਲ ਫੋਨ ਨੂੰ ਇੰਨਾ ਐਡਵਾਂਸ ਕਰਾ ਸਕਦੇ ਹਾਂ, ਤਾਂ ਜਿਹੜੀ ਬਿਮਾਰੀ ਨੂੰ WHO ਰਿਕਗਨਾਈਜ਼ ਕਰਦੀ ਹੈ ਵੀ ਇਸ ਤੋਂ ਸਭ ਤੋਂ ਜ਼ਿਆਦਾ ਖਤਰਾ ਹੈ, ਤੁਸੀਂ ਸੋਚੋ ਉਹਦੇ ਉੱਤੇ ਕਿੰਨੇ ਵਧੀਆ ਬ੍ਰੇਨਸ, ਕਿੰਨੇ ਕੁਆਲੀਫਾਈਡ ਤੇ ਕਿੰਨੇ ਐਕਸਪੀਰੀਅੰਸ ਸਾਇੰਟਿਸਟ ਕੰਮ ਕਰ ਰਹੇ ਹੋ। ਮਤਲਬ ਉਸ ਸਬਜੈਕਟ ਤੇ ਕਿੰਨਾ ਜ਼ਿਆਦਾ ਕੰਮ ਹੋ ਰਿਹਾ ਕਿਸੇ ਆਮ ਲੋਕਾਂ ਨੂੰ ਨਹੀਂ ਪਤਾ। ਬਿਲਕੁਲ, ਉਸ ਸਬਜੈਕਟ ਉੱਤੇ ਇੰਨੀ ਐਡਵਾਂਸਮੈਂਟ ਹੋ ਚੁੱਕੀ ਹੈ ਬਈ ਜਿੰਨਾ ਕਿ ਆਪਾਂ ਸੋਚ ਨਹੀਂ ਸਕਦੇ, ਹੈ ਨਾ। ਤਾਂ ਅੱਜ ਦੀ ਤਰੀਕ ਦੇ ਅੰਦਰ ਮੇਰੇ ਕੋਲੇ ਹੁਣ ਐਜ਼ ਅ ਸਾਈਕੈਟਰਿਸਟ ਇੰਨੇ ਸਾਰੇ ਮੋਲੀਕਿਊਲਸ ਨੇ ਕਿ ਆਈ ਐਮ ਸਪੋਇਲਡ ਫॉर ਚੋਇਸ, ਵੀ ਇਹ ਮਰੀਜ਼ ਦੀ ਮੈਂ ਉਮਰ ਦੇ ਹਿਸਾਬ ਨਾਲ, ਇਹਦੇ ਸਪੈਸੀਫਿਕ ਸਿੰਪਟਮਸ ਦੇ ਹਿਸਾਬ ਨਾਲ
ਸਪੈਸੀਫਿਕ ਬਿਮਾਰੀ ਦੇ ਹਿੱਸੇ ਨੂੰ ਟਾਰਗੇਟ ਕਰਨ ਲਈ ਮੈਂ ਅਲੱਗ-ਅਲੱਗ ਦਵਾਈ ਯੂਜ਼ ਕਰ ਸਕਦਾ। ਤੇ ਜਿਵੇਂ-ਜਿਵੇਂ ਸਾਇੰਸ, ਜਿਵੇਂ ਕਿ ਇੱਕ ਗਰੋਇੰਗ ਬਾਡੀ ਆਫ ਨੌਲੇਜ ਹੁੰਦੀ ਹੈ, ਜਿਵੇਂ-ਜਿਵੇਂ ਸਾਇੰਸ ਪ੍ਰੋਗਰੈਸ ਕਰੀ ਜਾਂਦੀ ਹੈ, ਬਿਲਕੁਲ ਠੀਕ, ਸਾਡੇ ਹਥਿਆਰ ਹੋਰ ਜ਼ਿਆਦਾ ਸਮਾਰਟ ਹੁੰਦੇ ਜਾ ਰਹੇ ਨੇ ਸਮਾਰਟ ਤੇ ਹੋਰ ਜ਼ਿਆਦਾ ਸਪੈਸੀਫਿਕ ਹੁੰਦੇ ਜਾ ਰਹੇ ਨੇ, ਇਹਨਾਂ ਦੇ ਸਾਈਡ ਇਫੈਕਟ ਘਟਦੇ ਜਾ ਰਹੇ ਨੇ। ਤੇ ਅੱਜ ਦੀ ਡੇਟ ਦੇ ਅੰਦਰ ਮੈਂ ਇਹ ਕਹਿ ਸਕਦਾ ਵੀ ਇੱਕ ਸਾਈਕੈਟਰਿਸਟ ਹੋਣਾ ਇੱਕ ਬਹੁਤ ਹੀ ਸੈਟੀਸਫਾਈਂਗ ਜੌਬ ਹੈ। ਓਕੇ, ਕਿਉਂਕਿ ਤੁਸੀਂ ਇਹਦੇ ਅੰਦਰ ਰਿਜ਼ਲਟ ਬਹੁਤ ਵਧੀਆ ਦੇ ਸਕਦੇ ਹੋ ਮਰੀਜ਼ਾਂ ਨੂੰ। ਠੀਕ ਹੈ ਨਾ। ਸੋ ਮੇਰੇ ਖਿਆਲ ਨਾਲ ਅੱਜ ਦੀ ਸੋਚ ਜਿਹੜੀ ਹੈ ਆਪਣੇ ਵਿਊਅਰਸ ਨੂੰ ਤੇ ਆਪਣੀ ਜਨਤਾ ਨੂੰ ਜੀ ਇਹ ਰੱਖਣੀ ਚਾਹੀਦੀ ਹੈ ਵੀ ਆਪਾਂ ਸਾਇੰਸ ਤੋਂ ਪੂਰਾ ਉਹਦਾ ਫਾਇਦਾ ਲਈਏ, ਉਹਦੀ ਪੂਰੀ ਮਦਦ ਲਈਏ ਤੇ ਇਹ ਸਮਝੀਏ ਬਈ ਮਾਨਸਿਕ ਰੋਗ ਇੱਕ ਸਪੈਸ਼ਲਾਈਜ਼ਡ ਸਬਜੈਕਟ ਹੈ ਜਿਹਦੇ ਲਈ ਬੜੀ ਸਪੈਸੀਫਿਕ ਨੌਲੇਜ ਤੇ ਅੰਡਰਸਟੈਂਡਿੰਗ ਦੀ ਲੋੜ ਹੈ ਤੇ ਉਹਦੇ ਲਈ ਕਿਸੇ ਕੁਆਲੀਫਾਈਡ ਸਾਈਕੈਟਰਿਸਟ ਨੂੰ ਜੇ ਮਿਲਿਆ ਜਾਵੇ ਤਾਂ ਤੁਹਾਡੀ ਬਿਮਾਰੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਤੇ ਸਭ ਤੋਂ ਜ਼ਿਆਦਾ ਸੈਟੀਸਫੈਕਟਰੀ ਢੰਗ ਨਾਲ ਐਡਰੈਸ ਹੋ ਸਕਦੀ ਹੈ, ਠੀਕ ਹੋ ਸਕਦੀ ਹੈ। ਡਾਕਟਰ ਸਾਹਿਬ, ਮੈਂ ਤਾਂ ਤੁਸੀਂ ਦਵਾਈਆਂ ਦੀ ਗੱਲ ਕੀਤੀ ਹੈ ਵੀ ਲੱਗਦਾ ਵੀ ਕੋਈ ਨਸ਼ੇ ਦੀਆਂ ਦਵਾਈਆਂ ਡਾਕਟਰ ਸਾਨੂੰ ਦੇ ਰਿਹਾ ਵੀ ਇਹ ਗਲਤ ਧਾਰਨਾ ਇੱਕ ਜਿਹੜੀ ਹੈਗੀ ਹੈ। ਇਹ ਬਿਲਕੁਲ ਕਿਉਂਕਿ ਦੇਖੋ ਜਿਵੇਂ ਮੈਂ ਕਿਹਾ ਵੀ ਇੱਕ ਟਾਈਮ ਦੇ ਉੱਤੇ ਜਦੋਂ ਦਵਾਈਆਂ ਹਲੇ ਡਿਵੈਲਪ ਹੋ ਰਹੀਆਂ ਸੀ ਉਦੋਂ ਉਹਨਾਂ ਦੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਹੁੰਦੇ ਸੀ ਜੀ, ਹੈ ਨਾ। ਪਰ ਓਵਰ ਟਾਈਮ ਉਹ ਚੀਜ਼ਾਂ ਹੁਣ ਜਿਹੜੇ ਸਾਈਡ ਇਫੈਕਟਸ ਨੇ ਉਹ ਕਾਫੀ ਹੱਦ ਤੱਕ ਅਸੀਂ ਓਵਰਕਮ ਕਰ ਲਏ ਨੇ ਤੇ ਹੋਰ ਨਵੀਆਂ ਬੈਟਰ ਮੈਡੀਸਿਨਸ ਜਿਹੜੀਆਂ ਉਹ ਡਿਵੈਲਪ ਹੁੰਦੀਆਂ ਜਾ ਰਹੀਆਂ। ਡਾਕਟਰ ਸਾਹਿਬ, ਮੈਂ ਨਸ਼ੇ ਦੀ ਗੱਲ ਕਰਦਾ ਜਦੋਂ ਕਿਸੇ ਬੰਦੇ ਦਾ ਮੂਡ ਆਫ ਹੈ, ਹਾਂ, ਜਦੋਂ ਕੋਈ ਬੰਦੇ ਨੂੰ ਪ੍ਰੋਬਲਮ, ਫੋਰ ਐਗਜ਼ਾਮਪਲ ਵੀ ਕੋਈ ਪ੍ਰੋਬਲਮ ਸ਼ੁਰੂ ਹੁੰਦੀ ਹੈ ਤਾਂ ਉਹ ਵੀ ਨਸ਼ੇ ਵੱਲ ਅਟਰੈਕਟ ਹੁੰਦਾ ਹੈ। ਅਗਲਾ ਕਹਿੰਦਾ ਜੇ ਮੈਨੂੰ ਨੀਂਦ ਨਹੀਂ ਆ ਰਹੀ ਮੈਂ 2 ਪੈਗ ਲਾ ਕੇ ਸੌਂ ਜਾ। ਬਿਲਕੁਲ ਠੀਕ ਹੈ। ਠੀਕ ਹੈ, ਜੇ ਮੈਨੂੰ ਕੋਈ ਮੇਰਾ ਮੂਡ ਆਫ ਹੈ ਤਾਂ ਮੈਂ ਕੋਈ ਹੋਰ ਨਸ਼ਾ ਕਰ ਲਾਂ। ਨਾਲੇ ਦਿਦਾਰ ਜੀ ਇਹ ਤਾਂ ਸੋਸ਼ਲੀ ਐਕਸੈਪਟੇਬਲ ਹੈ। ਹਾਂਜੀ, ਆਪਣੀ ਫਿਲਮੀ ਹੀਰੋ ਕੀ ਕਰਦੇ ਜਦੋਂ ਉਹਦਾ ਦਿਲ ਟੁੱਟ ਜਾਂਦਾ ਉਹ ਸਿੱਧਾ ਠੇਕੇ ਜਾਂਦਾ। ਹਾਂ ਬਿਲਕੁਲ ਸਹੀ ਹੈ ਜੀ, ਹੈ ਨਾ ਜੀ, ਬਿਲਕੁਲ ਠੀਕ ਹੈ ਜੀ। ਜਦੋਂ ਆਪਾਂ ਦਿਖਾਣਾ ਚਾਹੁੰਦੇ ਆ ਵੀ ਫਿਲਮ ਦੇ ਅੰਦਰ ਕੋਈ ਕਿਰਦਾਰ ਜਿਹੜਾ ਉਹ ਬਹੁਤ ਸਟ੍ਰੈਸ 'ਚ ਹੈ ਉਹ ਕੀ ਕਰਦੇ, ਉਹ ਸਮੋਕ ਸਿਗਰਟ ਜਲਾ ਲੈਂਦੇ। ਬਿਲਕੁਲ ਠੀਕ ਹੈ ਜੀ। ਆਪਾਂ ਕਿਹੜਾ ਐਜ਼ ਅ ਕਲਚਰ, ਐਜ਼ ਅ ਸੋਸਾਇਟੀ ਆਪਾਂ ਕਿਹੜਾ ਲੋਕਾਂ ਨੂੰ ਇਹ ਕੋਈ ਪੋਜ਼ਿਟਿਵ ਤਰੀਕੇ ਜਾਂ ਚੰਗੇ ਤਰੀਕੇ ਦਿੰਦੇ ਆ ਕੋਪ ਕਰਨ ਦੇ? ਆਪਾਂ ਕਦੇ ਦੱਸਦੇ ਆ ਵੀ ਭਾਈ ਐਕਸਰਸਾਈਜ਼ ਕਰ ਲਓ ਜੇ ਗੁੱਸਾ ਆ ਰਿਹਾ? ਹਾਂ, ਇਹ ਧਾਰਨਾ ਨਹੀਂ ਹੈਗੀ ਸਮਾਜ 'ਚ। ਐਗਜ਼ੈਕਟ, ਇਹ ਧਾਰਨਾ ਨਹੀਂ ਹੈਗੀ। ਤਾਂ ਨਾਲੇ ਆਪਾਂ ਸਾਈਕੋਲੋਜੀਕਲ ਮਾਈਂਡਡਨੈਸ 'ਚ ਨਹੀਂ ਹੈਗੇ, ਜਿਹਦਾ ਮਤਲਬ ਕਿ ਆਪਾਂ ਆਪਣੇ ਬਿਹੇਵੀਅਰ ਨੂੰ ਕਿਸੇ ਮਾਨਸਿਕ ਅਵਸਥਾ ਨਾਲ ਨਹੀਂ ਜੋੜਦੇ। ਆਪਾਂ ਬੜੀ ਵਾਰੀ, ਜਿਵੇਂ ਆਪਣਾ ਕਲਚਰ, ਆਪਾਂ ਪੰਜਾਬ 'ਚ ਹੈਗੇ ਆ ਜੀ, ਆਪਣਾ ਕਲਚਰ ਤੁਸੀਂ ਬੜੀ ਵਾਰੀ ਦੇਖੋਗੇ ਕਿ ਅੱਜ ਵੀ ਮਰੀਜ਼ ਦੇ ਅੰਦਰ ਜੇ ਕੁਝ ਬਿਹੇਵੀਅਰ 'ਚ ਚੇਂਜਸ ਆਉਂਦੇ ਨੇ ਤਾਂ ਪਹਿਲਾ ਪੁਆਇੰਟ ਆਫ ਅਪਰੋਚ ਹੁੰਦਾ ਹੈਗਾ ਬਈ ਕਿਸੇ ਸਿਆਣੇ ਕੋਲ ਲੈ ਜਾਈਏ। ਹਾਂ, ਇੱਕ ਉਹ ਬੜਾ ਹੈ ਨਾ, ਉਹ ਇੱਕ ਜਾਂ ਕਿਉਂਕਿ ਤਰਾਸਦੀ ਹੈ ਸਮਾਜ ਦੀ ਬਹੁਤ ਵੱਡੀ। ਬਿਲਕੁਲ, ਇਹ ਲੈਕ ਆਫ ਨੌਲੇਜ ਕਰਕੇ ਬਿਲਕੁਲ ਹੈ ਨਾ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਹੋਰ ਆਪਸ਼ਨਸ ਕੀ ਨੇ, ਇਹ ਚੀਜ਼ ਕੀ ਹੈ। ਜਿਹੜੀ ਚੀਜ਼ ਆਪਾਂ ਨੂੰ ਸਮਝ ਨਹੀਂ ਆਉਂਦੀ, ਜਿਹਦੇ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੈਗੀ, ਉਹ ਬਹੁਤ ਜਲਦੀ ਅੰਧ ਵਿਸ਼ਵਾਸ ਵੱਲ ਲੈ ਜਾਂਦੀ ਹੈ। ਬਿਲਕੁਲ। ਤੇ ਅੱਜ ਇਹ ਤੁਹਾਡੇ ਮਾਧਿਅਮ ਨਾਲ ਆਪਣੀ ਕੋਸ਼ਿਸ਼ ਇਹੀ ਹੈ ਬਿਲਕੁਲ ਕਿ ਆਪਾਂ ਲੋਕਾਂ ਨੂੰ ਮਾਨਸਿਕ ਰੋਗਾਂ ਦੇ ਸਾਇੰਟੀਫਿਕ ਕਾਰਨ ਤੇ ਉਹਦੇ ਸਾਇੰਟੀਫਿਕ ਇਲਾਜ ਵੱਲ ਪ੍ਰੇਰਿਤ ਕਰੀਏ ਤਾਂ ਕਿ ਲੋਕ ਇਹਨਾਂ ਚੀਜ਼ਾਂ 'ਚ ਨਾ ਫਸਣ। ਅੱਛਾ, ਇੱਕ ਮੈਂ ਤੁਹਾਡੇ ਨਾਲ ਹੋਰ ਫਿਰ ਗੱਲ ਕਰ ਰਿਹਾ, ਜਿੱਦਾਂ ਆਮ ਤੌਰ ਤੇ ਜਦੋਂ ਆਪਾਂ ਸਟੱਡੀ ਕਰਦੇ ਹਾਂ ਕਿਸੇ ਸਾਈਕੈਟਰਿਸਟ ਨਾਲ ਬੈਠਦੇ ਹਾਂ, ਉਹ ਇਹ ਗੱਲ ਜ਼ਰੂਰ ਕਰਦੇ ਨੇ ਵੀ ਫੋਰ ਐਗਜ਼ਾਮਪਲ ਜਿੱਦਾਂ ਕਿਸੇ ਬੰਦੇ ਨੂੰ ਸ਼ੂਗਰ ਹੈ, ਆਪਾਂ ਉਹਨੂੰ ਬਾਰ-ਬਾਰ ਮਿੱਠਾ ਦੇਣਾ ਸ਼ੁਰੂ ਕਰ ਦਈਏ, ਉਹ ਤਾਂ ਫਿਰ ਕੁਝ ਦਿਨਾਂ ਦਾ ਹੀ ਮਹਿਮਾਨ ਰਹਿ ਜਾਊਗਾ। ਬਿਲਕੁਲ ਠੀਕ ਹੈ ਜੀ। ਕਹਿੰਦੇ ਜਿਹੜੇ ਬੰਦੇ ਨੂੰ ਕੋਈ ਦਿਮਾਗ ਦੀ ਕੋਈ ਪ੍ਰੋਬਲਮ ਹੈਗੀ ਆ, ਜੇ ਉਹ ਬਾਰ-ਬਾਰ ਕੋਈ ਨਸ਼ਾ ਕਰੂਗਾ ਤਾਂ ਉਹਦੇ ਲਈ ਬਹੁਤ ਜ਼ਿਆਦਾ ਡੇਂਜਰਸ ਆ। ਇਹ ਗੱਲ ਸਹੀ ਹੈ ਜੀ? ਬਿਲਕੁਲ ਠੀਕ ਹੈ ਗੱਲ। ਨਸ਼ਾ ਜਿਹੜਾ ਹੈ ਆਪਣੇ ਆਪ ਦੇ ਅੰਦਰ ਇੱਕ ਮਾਨਸਿਕ ਬਿਮਾਰੀ ਹੀ ਹੈ ਜੀ। ਠੀਕ ਹੈ। ਨਸ਼ਾ ਜਦੋਂ ਮੈਂ ਕਹਿੰਦਾ ਤਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਜੇ ਕੋਈ 15 ਦਿਨ 'ਚ ਇੱਕ ਵਾਰੀ ਕਿਸੇ ਪਾਰਟੀ ਦੇ ਅੰਦਰ ਦੋਸਤਾਂ ਨਾਲ 1-2 ਡਰਿੰਕਸ ਲੈ ਲੈਂਦਾ, ਉਹਨੂੰ ਮੈਂ ਨਸ਼ਾ ਵੀ ਨਹੀਂ ਮੰਨਾਂਗਾ ਜੀ। ਉਹਨੂੰ ਆਪਾਂ ਯੂਜ਼ ਆਫ ਐਲਕੋਹਲ ਮੰਨਾਂਗੇ। ਓਕੇ। ਪਰ ਜਿੱਥੇ ਉਹ ਚੀਜ਼ ਰੋਜ਼ ਵਾਲੀ ਚੀਜ਼ ਬਣ ਗਈ, ਜਿੱਥੇ ਉਹ ਮਜਬੂਰੀ ਬਣ ਗਈ, ਜਿੱਥੇ ਤੁਹਾਨੂੰ ਸ਼ਰਾਬ ਤੋਂ ਬਿਨਾਂ ਨਾਰਮਲ ਨਹੀਂ ਮਹਿਸੂਸ ਹੁੰਦਾ, ਹਾਂ, ਕਿਸੇ ਨੂੰ ਨੀਂਦ ਨਹੀਂ ਆਉਂਦੀ ਜਾਂ ਤੁਹਾਨੂੰ ਨੀਂਦ ਲਈ ਲੈਣੀ ਪੈਂਦੀ ਹੈ ਨਾ ਜੀ, ਉੱਥੇ ਆਪਾਂ ਉਹਨੂੰ ਬਿਮਾਰੀ ਦੇ ਅੰਦਰ ਕਨਵਰਟ ਹੋ ਗਈ ਚੀਜ਼ ਮੰਨਦੇ ਆ। ਓਕੇ, ਠੀਕ ਹੈ। ਤੇ ਉਹਦੇ ਅੰਦਰ ਡਾਕਟਰ ਨਾਲੋਂ ਹੈਲਪ ਲੈਣੀ ਬਹੁਤ ਜ਼ਰੂਰੀ ਹੈ। ਦੂਜਾ, ਜਿਵੇਂ ਤੁਸੀਂ ਦੱਸਿਆ, ਬਹੁਤ ਵਾਰੀ ਜਿਵੇਂ ਐਂਗਜ਼ਾਇਟੀ ਡਿਸਆਰਡਰ ਹੋ ਗਿਆ, ਡਿਪਰੈਸਿਵ ਸਿੰਪਟਮਸ ਹੋ ਗਏ, ਉਹਦੇ ਅੰਦਰ ਆਪਣੇ ਸਮਾਜ ਜਿਵੇਂ ਆਮ ਤੌਰ ਤੇ ਕਹਿੰਦੇ ਯਾਰ ਟੈਨਸ਼ਨ ਨਹੀਂ ਲਈਦੀ, 1-2 ਪੈਗ ਲਾ ਲਿਆ ਕਰ ਜਾਂ ਫਲਾਣਾ ਨਸ਼ਾ ਕਰ ਲਿਆ ਕਰ। ਇਹ ਸਲਾਹ ਬੜੇ ਆਰਾਮ ਨਾਲ ਮਿਲ ਜਾਂਦੀ ਹੈ। ਹਾਂ, ਇਹ ਸਲਾਹ ਮਿਲ ਜਾਂਦੀ ਹੈ ਨਾ ਜੀ। ਬਿਲਕੁਲ ਗਲਤ ਸਲਾਹ ਹੈਗੀ ਹੈ ਨਾ। ਇਹਦੇ ਨਾਲ ਫਾਇਦਾ ਨਹੀਂ ਹੋਏਗਾ, ਨੁਕਸਾਨ ਜ਼ਿਆਦਾ ਹੋਣ ਦੇ ਚਾਂਸਸ ਨੇ। ਉੱਤੋਂ ਇੱਕ ਕੋੜ ਹੋਰ ਲੱਗਣ ਦੇ ਚਾਂਸ ਨੇ ਵੀ ਨਾਲ ਇੱਕ ਤਾਂ ਮਾਨਸਿਕ ਰੋਗ ਸੀਗਾ, ਨਾਲ ਆਪਾਂ ਨਸ਼ਾ ਜੋੜ ਲਿਆ।
ਹਾਂ ਨਾਲ ਆਪਾਂ ਤਾਂ ਨਸ਼ੇ ਦੇ ਦੋ ਰੋਗ ਬਣ ਜਾਂਦੇ ਨੇ। ਦੋ ਰੋਗ ਬਣ ਗਏ, ਠੀਕ ਹੈ ਜੀ। ਡਾਕਟਰ ਸਾਹਿਬ ਤੁਹਾਡੀ ਜਿਹੜੀ ਐਲੋਪੈਥੀ ਇਲਾਜ ਪ੍ਰਣਾਲੀ ਹੈ ਜੋ ਵਧੀਆ ਕਾਰਗਰ ਤਰੀਕੇ ਨਾਲ ਕੰਮ ਕਰ ਰਹੀ ਹੈ, ਇਹਦੇ 'ਚ ਸਿਰਫ ਦਵਾਈਆਂ ਹੀ ਕੰਮ ਕਰਦੀਆਂ ਨੇ ਜਾਂ ਕਾਉਂਸਲਿੰਗ ਵੀ ਨਾਲ ਜ਼ਰੂਰੀ ਹੈ? ਓਕੇ, ਪਹਿਲਾਂ ਤਾਂ ਮੈਂ ਆਪਣੀ ਇਲਾਜ ਪ੍ਰਣਾਲੀ ਨੂੰ ਐਲੋਪੈਥੀ ਨਹੀਂ ਕਹਿੰਦਾ। ਓਕੇ, ਇਹਨੂੰ ਅਸੀਂ ਅੱਜ ਕੱਲ੍ਹ ਐਵੀਡੈਂਸ ਬੇਸਡ ਮੈਡੀਸਨ ਕਹਿੰਦੇ ਆ ਜੀ। ਓਕੇ, ਹੈ ਨਾ, ਜਿਹਦਾ ਮਤਲਬ ਹੈਗਾ ਵੀ ਜਿਹੜੀ ਵੀ ਮੈਂ ਦਵਾਈ ਦੇ ਰਿਹਾ ਜਾਂ ਜਿਹੜਾ ਵੀ ਮੈਂ ਟ੍ਰੀਟਮੈਂਟ ਦਾ ਤਰੀਕਾ ਬਣਾ ਰਿਹਾ ਮੈਨੇਜਮੈਂਟ ਲਈ ਮਰੀਜ਼ ਦਾ, ਜੀ, ਉਹਦੇ ਪਿੱਛੇ ਸਾਇੰਟੀਫਿਕ ਰਿਸਰਚਸ, ਪਬਲੀਕੇਸ਼ਨਸ ਤੇ ਐਵੀਡੈਂਸ ਹੁੰਦਾ ਹੈ। ਓਕੇ, ਹੈ ਨਾ, ਠੀਕ, ਜਿਹੜਾ ਕਿ ਹਜ਼ਾਰਾਂ ਲੱਖਾਂ ਲੋਕਾਂ ਉੱਤੇ ਵੇਰੀਅਸ ਸਟੇजेस ਆਫ ਡਰੱਗ ਡਿਵੈਲਪਮੈਂਟ, ਟ੍ਰੀਟਮੈਂਟ ਡਿਵੈਲਪਮੈਂਟ ਦੇ ਅੰਦਰ ਉਸ ਪ੍ਰੋਸੈਸ ਤੋਂ ਗੁਜ਼ਰ ਕੇ ਮੇਰੇ ਕੋਲੇ ਪਹੁੰਚਿਆ ਹੈ। ਤੁਹਾਡੇ ਕੋਲੇ ਪਹੁੰਚੇ, ਠੀਕ ਹੈ। ਜਿਵੇਂ ਤੁਸੀਂ ਪੁੱਛਿਆ ਵੀ ਇਹਦੇ ਅੰਦਰ ਕੱਲੀਆਂ ਦਵਾਈਆਂ ਹੁੰਦੀਆਂ ਨੇ, ਦਵਾਈਆਂ ਮੇਰੇ ਤਰੀਕਾ ਇਲਾਜ ਕਰਨ ਦਾ ਮੇਨ ਹੈਗਾ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਸਰਜਨ ਦਾ ਮੇਨ ਤਰੀਕਾ ਇਲਾਜ ਕਰਨ ਦਾ ਸਰੀਰ ਨੂੰ ਖੋਲ੍ਹਣਾ ਹੈ, ਠੀਕ ਹੈ ਨਾ, ਤਾਂ ਦਵਾਈਆਂ ਮੇਰਾ ਮੇਨ ਤਰੀਕਾ ਨੇ ਇਲਾਜ ਕਰਨ ਦੀਆਂ। ਜੀ, ਆਕਸਿਲਰੀ ਜਾਂ ਉਹਦੇ ਅੰਦਰ ਜਿਹੜੀਆਂ ਐਡੀਸ਼ਨਲ ਚੀਜ਼ਾਂ ਜਿਹਦੇ ਨਾਲ ਮੈਂ ਇਲਾਜ ਕਰਦਾ ਹੈਗਾ ਉਹ ਕਾਉਂਸਲਿੰਗ ਐਂਡ ਸਾਈਕੋਥੈਰੇਪੀਜ਼ ਹੁੰਦੀਆਂ ਨੇ। ਓਕੇ, ਹੈ ਨਾ, ਸਾਈਕੋਥੈਰੇਪੀਜ਼ ਵੀ ਹੁਣ ਬਹੁਤ ਸਟਰਕਚਰਡ ਤੇ ਵੈਲ ਡਿਫਾਈਨਡ ਨੇ। ਸਾਨੂੰ ਇਹ ਸਮਝ ਆਇਆ ਹੈ ਜਿਵੇਂ ਸਾਇੰਸ ਦੀ ਅੱਗੇ ਪ੍ਰੋਗਰੈਸ ਹੋਈ ਹੈ, ਇਹਦੇ ਨਾਲ ਇਹ ਵੀ ਸਮਝ ਆਇਆ ਹੈ ਵੀ ਸਾਈਕੋਥੈਰੇਪੀਜ਼ ਆਰ ਆਲਸੋ ਬਾਇਓਲੋਜੀਕਲ ਥੈਰੇਪੀਜ਼। ਇਹਦਾ ਮਤਲਬ ਇਹ ਵੀ ਕੁਝ ਸਾਈਕੋਥੈਰੇਪੀਜ਼ ਐਕਚੁਅਲੀ ਬ੍ਰੇਨ ਦੇ ਸਟਰਕਚਰ ਨੂੰ ਚੇਂਜ ਕਰਦੀਆਂ ਨੇ। ਓਕੇ, ਠੀਕ ਹੈ ਨਾ, ਦਵਾਈਆਂ ਤਾਂ ਕਰਦੀਆਂ ਹੀ ਕਰਦੀਆਂ ਨੇ, ਕਿਉਂਕਿ ਜਿਵੇਂ ਮੈਂ ਦੱਸਿਆ ਬ੍ਰੇਨ ਇੱਕ ਮਾਸਟਰ ਆਰਗਨ ਹੈ ਜਿਹੜਾ ਕਿ ਸਰੀਰ ਨੂੰ ਕੰਟਰੋਲ ਕਰਦਾ ਤੇ ਸਰੀਰ ਦੇ ਸਾਰੇ ਸਿਸਟਮਸ ਨੂੰ ਕੰਟਰੋਲ ਕਰਦਾ। ਜੀ, ਜੀ, ਜਦੋਂ ਉਸ ਮਾਸਟਰ ਆਰਗਨ ਦੇ ਅੰਦਰ ਕਿਸੇ ਪਾਰਟ ਦੇ ਅੰਦਰ ਕੈਮੀਕਲ, ਇਲੈਕਟ੍ਰੀਕਲ ਸਿਗਨਲਸ ਜਾਂ ਉਹਦੇ ਆਪਣੇ ਫਿਜ਼ੀਓਲੋਜੀਕਲ ਸਿੰਪਟਮਸ, ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਂ ਜਾਰਗਨ ਘੱਟ ਯੂਜ਼ ਕਰਾਂ, ਪਰ ਮਜਬੂਰੀ ਇਹ ਹੈ ਵੀ ਇਹ ਬਹੁਤ ਟੈਕਨੀਕਲ ਫੀਲਡ ਹੈ। ਜੀ, ਜੀ, ਬਿਲਕੁਲ, ਹਾਂ, ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਮੈਂ ਸਿੰਪਲੀਫਾਈ ਕਰਾਂ। ਦਵਾਈਆਂ ਸਭ ਤੋਂ ਜ਼ਿਆਦਾ ਕਾਰਗਰ ਤੇ ਰਿਸਰਚ ਤੇ ਐਵੀਡੈਂਸ ਨਾਲ ਪ੍ਰੂਵਨ ਤਰੀਕਾ ਨੇ ਮਾਨਸਿਕ ਰੋਗ ਨਾਲ ਡੀਲ ਕਰਨ ਦਾ। ਜੀ, ਜੀ, ਬਿਲਕੁਲ, ਐਡ ਔਨ ਤਰੀਕੇ ਦੇ ਅੰਦਰ ਆਪਾਂ ਨਾਲ ਸਾਈਕੋਥੈਰੇਪੀਜ਼ ਤੇ ਵੇਰੀਅਸ ਅਦਰ ਸਾਈਕੋਲੋਜੀਕਲ ਟ੍ਰੀਟਮੈਂਟਸ ਵੀ ਯੂਜ਼ ਕਰਦੇ ਹੈਗੇ ਆ। ਦੋਨਾਂ ਦਾ ਆਪਣਾ ਆਪਣਾ ਰੋਲ ਹੈ, ਦੋਨੋਂ ਕਾਰਗਰ ਨੇ ਤੇ ਫਾਇਦੇਮੰਦ ਨੇ। ਦੋਸਤੋ, ਜਦੋਂ ਕਿਸੇ ਬੰਦੇ ਨੂੰ ਪ੍ਰੋਬਲਮ ਹੋ ਗਈ, ਉਹਨੇ ਆਪਣਾ ਟ੍ਰੀਟਮੈਂਟ ਸ਼ੁਰੂ ਕਰਵਾਤਾ, ਉਹਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਇੱਕ ਸਭ ਤੋਂ ਵੱਡੀ ਗੱਲ ਜੀ, ਇਸ ਦੇ ਵਿੱਚ ਕਿਹਾ ਜਾਂਦਾ ਵੀ ਪਰਿਵਾਰ ਦਾ, ਤੁਹਾਡੇ ਯਾਰਾਂ ਦੋਸਤਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਬਿਲਕੁਲ, ਇਹ ਪੂਰਾ ਸੀਨ ਕੀ ਹੈ? ਬਹੁਤ ਵਧੀਆ ਸਵਾਲ ਹੈ ਤੁਹਾਡਾ, ਤੇ ਇਹ ਮੈਨੂੰ ਬੜੀ ਖੁਸ਼ੀ ਹੈ ਵੀ ਤੁਸੀਂ ਮੈਨੂੰ ਪੁੱਛਿਆ, ਕਿਉਂਕਿ ਇਹ ਬੜੀ ਵਾਰੀ ਆਪਾਂ ਪੁਆਇੰਟ ਮਿਸ ਕਰ ਜਾਂਦੇ ਹਾਂ। ਹਾਂਜੀ, ਹਾਂ, ਇਹ ਪੁਆਇੰਟ ਆਪਣੀ ਸਾਰੀ ਕਨਸੈਂਟਰੇਸ਼ਨ ਮਰੀਜ਼ ਤੇ ਹੁੰਦੀ ਹੈ, ਹਾਂਜੀ, ਉਹਦੇ এনवायरमेंट ਤੇ ਨਹੀਂ, এনवायरमेंट ਤੇ ਨਹੀਂ ਹੁੰਦੀ, ਹੈ ਨਾ। ਤੇ ਪਰਿਵਾਰ ਜਿਹੜਾ ਹੈਗਾ ਉਹਨੂੰ ਉਹ ਉਸ ਮਰੀਜ਼ ਦਾ, ਉਸ ਇਨਸਾਨ ਦਾ ਸਭ ਤੋਂ ক্লোਜ਼ এনवायरमेंट ਹੈ ਜੀ, ਠੀਕ ਹੈ ਨਾ ਜੀ। ਜਦੋਂ ਵੀ ਮਾਨਸਿਕ ਰੋਗ ਹੋ ਜਾਵੇ, ਪਰਿਵਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਸਮਝਣਾ ਵੀ ਇਹ ਚੀਜ਼ ਕੀ ਹੈ। ਮੇਰੇ ਕੋਲੇ ਬੜੀ ਵਾਰੀ ਮਰੀਜ਼ ਨੂੰ ਲੈ ਕੇ ਨਾਲ ਪਰਿਵਾਰ ਵਾਲੇ ਆਉਂਦੇ ਨੇ, ਮੈਂ ਬੜੀ ਵਾਰ ਪੁੱਛਦਾ ਵੀ ਤੁਹਾਨੂੰ ਆਪਣੇ ਮਰੀਜ਼ ਦੀ ਬਿਮਾਰੀ ਦਾ ਨਾਮ ਪਤਾ ਹੈ? ਤੇ ਮੈਨੂੰ ਹੈਰਾਨੀ ਹੁੰਦੀ ਹੋਈ, ਬੜੇ ਸਾਲਾਂ ਤੋਂ ਕਈ ਵਾਰ ਉਹ ਮਰੀਜ਼ ਦਾ ਇਲਾਜ ਚੱਲ ਰਿਹਾ ਹੁੰਦਾ ਇਧਰੋਂ ਉਧਰੋਂ, ਠੀਕ ਹੈ, ਤੇ ਪਰਿਵਾਰ ਨੂੰ ਹਾਲੇ ਤੱਕ ਬਿਮਾਰੀ ਦਾ ਨਾਮ ਤੱਕ ਨਹੀਂ ਪਤਾ ਹੁੰਦਾ ਠੀਕ ਤਰੀਕੇ ਨਾਲ। ਸਾਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਦੇਖੋ, ਕੁਝ ਹੱਦ ਤੱਕ ਅਨਪੜ੍ਹਤਾ ਹੈ, ਕੁਝ ਹੱਦ ਤੱਕ ਅਗਿਆਨਤਾ ਹੈਗੀ ਹੈ ਨਾ। ਜੀ, ਆਪਣੇ ਡਾਕਟਰਸ ਨੂੰ ਵੀ ਮੈਂ ਬਲੇਮ ਨਹੀਂ ਕਰਦਾ, ਉਹਨਾਂ ਕੋਲੇ ਰਸ਼ ਇੰਨਾ ਹੈ, ਭੀੜ ਇੰਨੀ ਹੈ ਕਿ ਸ਼ਾਇਦ ਉਹ ਟਾਈਮ ਹੀ ਨਹੀਂ ਦੇ ਪਾਉਂਦੇ ਮਰੀਜ਼ ਦੇ ਪਰਿਵਾਰ ਨੂੰ। ਕਾਊਂਟਿੰਗ ਵੀ ਘੱਟ ਹੈ ਡਾਕਟਰਾਂ ਦੀ ਗਿਣਤੀ ਵੀ ਘੱਟ ਹੈ, ਆਪਾਂ ਨੂੰ ਜ਼ਰੂਰਤ ਬਹੁਤ ਜ਼ਿਆਦਾ ਹੈਗੀ ਹੈ, ਪਰ ਸਾਈਕੈਟ੍ਰਿਸਟ ਬਹੁਤ ਘੱਟ ਨੇ। ਪਰ ਅਨਫੋਰਚੂਨੇਟਲੀ ਟ੍ਰੇਨਡ ਸਟਾਫ, ਸਾਈਕੈਟ੍ਰਿਸਟ, ਸਾਈਕੋਲੋਜੀਕਲ ਸੋਸ਼ਲ ਵਰਕਰਸ, ਹਾਂਜੀ, ਤੇ ਚੰਗੇ ਸਾਈਕੋਲੋਜਿਸਟ, ਇਹਨਾਂ ਤਿੰਨਾਂ ਦੀ ਬਹੁਤ ਕਮੀ ਹੈ ਆਪਣੇ ਇਲਾਕੇ ਦੇ ਅੰਦਰ। ਜੀ, ਜੀ, ਤਾਂ ਇਹਦੇ ਅੰਦਰ ਹੁਣ ਪਰਿਵਾਰ ਦਾ ਕੰਮ ਕੀ ਹੈਗਾ? ਪਹਿਲਾਂ ਤਾਂ ਆਪਣੇ ਆਪ ਨੂੰ ਐਜੂਕੇਟ ਕਰੋ ਵੀ ਚੀਜ਼ ਕੀ ਹੈ, ਕਿਉਂਕਿ ਦੇਖੋ ਇਨਵਿਜ਼ੀਬਲ ਇਲਨੈਸ ਹੈ, ਦਿਖਣੀ ਨਹੀਂ ਹੈਗੀ। ਇਹਦਾ ਕਿਸੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਇਹਦਾ ਕਿਸੇ ਖੂਨ ਦੇ ਟੈਸਟ 'ਚ, ਕਿਸੇ ਇਨਵੈਸਟੀਗੇਸ਼ਨ 'ਚ ਤਾਂ ਕੋਈ ਨਿਸ਼ਾਨ ਆਣਾ ਨਹੀਂ ਹੈਗਾ। ਠੀਕ ਹੈ ਜੀ। ਤਾਂ ਪਰਿਵਾਰ ਨੂੰ ਸਮਝਣਾ ਜ਼ਰੂਰੀ ਹੈ ਵਾਟ ਟੂ ਐਕਸਪੈਕਟ। ਵੀ ਡਿਪਰੈਸ਼ਨ 'ਚ ਬੰਦਾ ਜੇ ਕਈ ਦਿਨਾਂ ਤੱਕ, ਸ਼ਾਇਦ ਕਈ ਹਫ਼ਤਿਆਂ ਤੱਕ ਉੱਠ ਕੇ ਕੰਮ ਕਰਨ ਨਹੀਂ ਜਾ ਪਾ ਰਿਹਾ, ਤਾਂ ਕੀ ਉਹਨੂੰ ਕਹਿਣਾ ਕਿ ਚੱਲ ਹਿੰਮਤ ਕਰ, ਇਹ ਜ਼ਿਆਦਾ ਕਾਰਗਰ ਹੋਊਗਾ? ਜਾਂ ਇਹ ਕਹਿਣਾ ਕਿ ਹਾਂ ਮੈਂ ਸਮਝਦਾ ਤੈਨੂੰ ਡਿਪਰੈਸ਼ਨ ਹੈ, ਦਵਾਈ ਲੈ, ਤੇ ਜਦੋਂ ਹਿੰਮਤ ਹੋ ਸਕੀ, ਜਦੋਂ ਤੇਰੇ ਬਸ ਦਾ ਹੋਇਆ, ਸਾਨੂੰ ਦੱਸਦੀ ਅਸੀਂ ਕਿਵੇਂ ਮਦਦ ਕਰੀਏ। ਠੀਕ ਹੈ, ਇਹ ਜ਼ਿਆਦਾ ਕਾਰਗਰ ਹੈ ਨਾ। ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ, ਤੇ ਇਹਦੇ ਬਾਰੇ ਇਨਫੋਰਮੇਸ਼ਨ ਬਹੁਤ ਘੱਟ ਹੈਗੀ ਹੈ। ਮੇਰਾ ਉਮੀਦ ਹੈ ਵੀ ਜਿਵੇਂ ਜਿਵੇਂ ਆਪਾਂ ਮਾਨਸਿਕ ਰੋਗ ਉੱਤੇ ਆਪਣੀ ਸ਼੍ਰਿੰਖਲਾ ਵਧਾਵਾਂਗੇ, ਹਾਂਜੀ, ਹਾਂ, ਉਦੋਂ ਆਪਾਂ ਸਪੈਸੀਫਿਕਲੀ ਹਰ ਬਿਮਾਰੀ ਤੇ ਉਹਦੇ ਅੰਦਰ ਸਪੈਸੀਫਿਕਲੀ ਮਰੀਜ਼ ਦੇ ਲਈ, ਪਰਿਵਾਰ ਦੇ ਲਈ ਕੀ ਨੌਲੇਜ ਹੋਣੀ ਜ਼ਰੂਰੀ ਹੈ, ਤੇ ਕਿਸ ਤਰੀਕੇ ਨਾਲ ਉਹਨਾਂ ਦੀ ਮਦਦ ਕਰ ਸਕਦੇ ਹਾਂ,
ਆਪਾਂ ਇਹਨਾਂ ਨੂੰ ਵੀ ਕਵਰ ਕਰਾਂਗੇ। ਜੀ ਜੀ ਜੀ, ਮਤਲਬ ਇਹਦੇ ਵਿੱਚ ਉਹ ਕੰਮ ਨਹੀਂ ਹੈ ਵੀ ਫੋਰ ਐਗਜ਼ਾਮਪਲ ਵੀ ਬੰਦੇ ਨੂੰ ਬੁਖਾਰ ਚੜ ਗਿਆ, ਆਪਾਂ ਉਹਨੂੰ ਗੋਲੀ ਦੇ ਕੇ ਪਾਤਾ ਵੀ ਤੂੰ ਆਰਾਮ ਕਰ, ਤੇਰੇ ਕੋਲ ਕੋਈ ਨਹੀਂ ਆਊਗਾ, ਤੈਨੂੰ ਕੋਈ ਡਿਸਟਰਬ ਨਹੀਂ ਕਰੂਗਾ ਵੀ ਇਸ ਬਿਮਾਰੀ ਦੇ ਵਿੱਚ ਉਦਾਂ ਦਾ ਨਹੀਂ ਹੈਗਾ। ਇਸ ਬਿਮਾਰੀ 'ਚ ਹਾਂ ਜਾਣਕਾਰੀ ਦੀ ਕਮੀ ਹੋਣ ਕਰਕੇ ਜੋ ਅੰਦਰੋਂ ਆਪਾਂ ਨਾਰਮਲ ਦੇਖਣਾ ਚਾਹੁੰਦੇ ਆ, ਆਪਾਂ ਬੜੀ ਵਾਰੀ ਮਰੀਜ਼ ਨੂੰ ਉਸ ਵੱਲ ਫੋਰਸ ਕਰਦੇ ਆ। ਉਹ ਇਸੇ ਤਰ੍ਹਾਂ ਹੋਊਗਾ ਵੀ ਕਿਸੇ ਦੀ ਲੱਤ ਟੁੱਟੀ ਹੋਵੇ ਤੇ ਆਪਾਂ ਕਹੀਏ ਵੀ ਹਿੰਮਤ ਕਰਕੇ ਉੱਠ ਖੜਾ ਹੋ, ਥੋੜਾ ਤੁਰ ਕੇ ਦਿਖਾ। ਹਾਂ ਠੀਕ ਹੈ ਨਾ, ਇਹ ਓਨਾ ਹੀ ਅਨਰੀਅਲਿਸਟਿਕ ਹੋਏਗਾ। ਜੀ ਜੀ। ਤੇ ਮੇਰੇ ਖਿਆਲ ਨਾਲ ਜਿਵੇਂ ਜਿਵੇਂ ਆਪਾਂ ਸਪੈਸੀਫਿਕ ਬਿਮਾਰੀਆਂ ਚੱਕਾਂਗੇ ਅੱਗੇ ਦੀਦਾਰ ਜੀ, ਅੱਛਾ ਜੀ, ਆਪਾਂ ਉਦੋਂ ਸਪੈਸੀਫਿਕਲੀ ਇਹ ਐਜੂਕੇਸ਼ਨ ਨਾਲ ਦੇਵਾਂਗੇ ਵੀ ਇਸ ਬਿਮਾਰੀ 'ਚ ਵਾਟ ਟੂ ਐਕਸਪੈਕਟ, ਤੇ ਪਰਿਵਾਰ ਜਿਹੜੇ ਉਹ ਕਿਵੇਂ ਮਦਦ ਕਰ ਸਕਦਾ ਹੈ। ਇਸ ਸਟੇਜ ਦੇ ਉੱਤੇ ਮੈਂ ਇਹੀ ਕਹਾਂਗਾ ਵੀ ਪਰਿਵਾਰ ਇਹ ਸਮਝੇ ਵੀ ਬਿਮਾਰੀ ਹੈ, ਵੀ ਉਹਦੀ ਮੈਂਟਲ ਕੰਡੀਸ਼ਨ ਕੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਵੀ ਉਹ ਮਾਨਸਿਕ ਤੌਰ ਤੇ ਜਿਹੜਾ ਮਰੀਜ਼ ਹੈ ਸਾਡਾ ਉਹ ਕਿੱਦਾਂ ਮਹਿਸੂਸ ਕਰ, ਉਹ ਕਿਵੇਂ ਮਹਿਸੂਸ ਕਰ ਸਕਦਾ। ਬਿਲਕੁਲ ਓਕੇ ਬਿਲਕੁਲ। ਇੱਕ ਡਾਕਟਰ ਸਾਹਿਬ ਇਹਦੇ ਵਿੱਚ ਜਿਹੜੀ ਆਪਾਂ ਗੱਲ ਕੀਤੀ ਹੈ, ਤੁਸੀਂ ਪਹਿਲਾਂ ਥੋੜਾ ਜਵਾਬ ਦੇਤਾ, ਇਹਨੂੰ ਥੋੜਾ ਜਿਹਾ ਹੋਰ ਦੱਸੋ ਵੀ ਜਿੱਦਾਂ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ, ਵੀ ਫੋਰ ਐਗਜ਼ਾਮਪਲ ਵੀ ਕਿਤੇ ਦਰਦ ਹੋਣ ਲੱਗ ਗਿਆ, ਖੰਘ ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ, ਦਵਾਈ ਲੈ ਲਈ, ਕੁਝ ਦਿਨਾਂ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਉਹ ਬੰਦਾ ਠੀਕ ਹੋ ਗਿਆ, ਆਪਣੀ ਨਾਰਮਲ ਜ਼ਿੰਦਗੀ ਜੀ ਸਕਦਾ। ਰਾਈਟ। ਸੋ ਇਹਦੇ ਬਾਰੇ ਗਲਤ ਧਾਰਨਾਵਾਂ ਨੇ ਵੀ ਸਾਰੀ ਉਮਰ ਦਵਾਈ ਖਾਣੀ ਪੈਂਦੀ ਆ, ਬੰਦੇ ਦੀ ਉਮਰ ਅੱਧੀ ਰਹਿ ਜਾਂਦੀ ਹੈ, ਵੀ ਜਿਹਨੂੰ ਇਹ ਬਿਮਾਰੀ ਲੱਗੀ ਜਾਏ, ਇਹ ਇਦਾਂ ਦੀਆਂ ਇਹ ਜਿਹੜੀਆਂ ਹੈਗੀਆਂ ਨੇ ਦਿਮਾਗ ਵਾਲੀਆਂ ਦਵਾਈਆਂ ਖਾਣ ਨਾਲ। ਸੋ ਕੀ ਜਿਹਨੂੰ ਆਮ ਦਿਮਾਗੀ ਬਿਮਾਰੀਆਂ, ਕੋਈ ਡਿਪਰੈਸ਼ਨ ਹੈ, ਕੋਈ ਨੀਂਦ ਦੀ ਕੋਈ ਹੋਰ ਪ੍ਰੋਬਲਮ ਆ ਗਈ, ਕੀ ਉਹ ਬੰਦਾ ਬਿਲਕੁਲ ਠੀਕ ਹੋ ਸਕਦਾ ਹੈ? ਉਹਦੀ ਦਵਾਈ ਬੰਦ ਹੋ ਜਾਂਦੀ ਹੈ ਕਿਸੇ ਸਟੇਜ ਤੇ ਜਾ ਕੇ, ਅੱਧੀ ਰਹਿ ਜਾਂਦੀ ਹੈ ਜਾਂ 10% ਰਹਿ ਜਾਂਦੀ ਹੈ? ਇਹਦੇ ਬਾਰੇ ਜਰਾ ਵਿਸਤਾਰਪੂਰਵਕ ਦੱਸੋ। ਬਹੁਤ ਜਾਇਜ਼ ਸਵਾਲ ਹੈ ਤੁਹਾਡਾ, ਤੇ ਮੇਰੇ ਖਿਆਲ ਨਾਲ ਆਪਣੀ ਇੰਟਰਵਿਊ ਦਾ ਸਭ ਤੋਂ ਜ਼ਰੂਰੀ ਸਵਾਲ ਹੈ। ਸਭ ਤੋਂ ਜ਼ਰੂਰੀ ਸਵਾਲ ਹੈ ਜੀ। ਜੀ ਦੀਦਾਰ ਜੀ, ਕਿਸੇ ਵੀ ਬਿਮਾਰੀ ਦੀ ਤਰ੍ਹਾਂ ਮੈਂਟਲ ਇਲਨੈਸ ਦੇ ਅੰਦਰ ਵੀ ਜਿੰਨਾ ਛੇਤੀ ਆਪਾਂ ਡਿਟੈਕਟ ਕਰਾਂਗੇ ਜੀ, ਉਨੇ ਹੀ ਚਾਂਸਸ ਉਹਨੂੰ ਸਕਸੈਸਫੁਲੀ ਟ੍ਰੀਟ ਕਰਨ ਦੇ ਵੱਧ ਜਾਣਗੇ। ਜੀ ਜੀ, ਹੈ ਨਾ। ਸ਼ੁਰੂਆਤੀ ਲੱਛਣਾਂ ਦੇ ਅੰਦਰ ਹੀ ਜੇ ਆਪਾਂ ਬਿਮਾਰੀ ਨੂੰ ਪਕੜ ਲਈਏ, ਛੇਤੀ ਉਹਦਾ ਇਲਾਜ ਸ਼ੁਰੂ ਕਰ ਲਈਏ, ਤਾਂ ਉਹਦੇ ਅੰਦਰ ਓਨੀ ਹੀ ਮਰੀਜ਼ ਦੀ ਛੇਤੀ ਰਿਕਵਰ ਹੋਣ ਦੀ, ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੀ ਜੀ, ਹੈ ਨਾ। ਬਿਮਾਰੀਆਂ, ਮੈਂਟਲ ਇਲਨੈਸਿਸ ਇੱਕ ਬਹੁਤ ਵੱਡੀ ਰੇਂਜ ਆਫ ਇਲਨੈਸ ਹੈ। ਇਹਦੇ ਅੰਦਰ ਮੈਂ ਇੱਕ ਬਲੈਂਕਟ ਸਟੇਟਮੈਂਟ ਨਹੀਂ ਦੇ ਸਕਾਂਗਾ ਓਕੇ ਬਈ ਇਹਨਾਂ ਦਾ ਇਲਾਜ ਕਿੰਨੇ ਟਾਈਮ ਤੱਕ ਚੱਲਦਾ ਹੈ, ਪਰ ਕਈ ਬਿਮਾਰੀਆਂ ਇਹਦੇ ਅੰਦਰ ਕ੍ਰੋਨਿਕ ਨੇਚਰ ਦੀਆਂ ਹੁੰਦੀਆਂ ਨੇ। ਓਕੇ, ਜਿਹਦੇ ਅੰਦਰ ਕਿ ਲੰਬੇ ਟਾਈਮ ਤੱਕ ਦਵਾਈ ਚੱਲ ਸਕਦੀ ਹੈ, ਜਿਹਦੇ ਅੰਦਰ ਕਿ ਆਪਾਂ ਉਸ ਬਿਮਾਰੀ ਨੂੰ ਬਿਲਕੁਲ ਸ਼ੂਗਰ ਦੀ ਬਿਮਾਰੀ ਵਾਂਗੂ ਜਾਂ ਹਾਈਪਰਟੈਂਸ਼ਨ ਦੀ ਬਿਮਾਰੀ ਵਾਂਗੂ ਸੋਚੀਏ ਬਈ ਹੋ ਸਕਦਾ ਸਾਰੀ ਉਮਰ ਦਵਾਈ ਚੱਲੇ। ਓਕੇ, ਠੀਕ ਹੈ। ਕੁਝ ਜਿਹੜੀਆਂ ਬਿਮਾਰੀਆਂ ਨੇ ਉਹ ਐਪੀਸੋਡਿਕ ਹੁੰਦੀਆਂ ਨੇ। ਓਕੇ, ਜਿਵੇਂ ਕਿ ਕਿਸੇ ਨੂੰ ਬਹੁਤ ਵੱਡਾ ਕੋਈ ਸਦਮਾ ਲੱਗਿਆ, ਠੀਕ ਹੈ, ਕਿ ਬਹੁਤ ਕਲੋਜ਼ ਬੰਦੇ ਦੀ ਡੈਥ ਹੋ ਗਈ, ਕੋਈ ਬਹੁਤ ਵੱਡਾ ਸਟ੍ਰੈਸਫੁਲ ਇਵੈਂਟ ਹੋ ਗਿਆ ਜ਼ਿੰਦਗੀ 'ਚ, ਤੇ ਉਹ ਇਨਸਾਨ ਡਿਪਰੈਸ਼ਨ 'ਚ ਚਲਾ ਗਿਆ। ਠੀਕ ਹੈ ਜੀ। ਜਿਹੜੇ ਵੀ ਕੇਸ ਦੇ ਅੰਦਰ ਸਟ੍ਰੈਸਰ ਬੜਾ ਕਲੀਅਰਲੀ ਆਈਡੈਂਟੀਫਾਈਏਬਲ ਹੈ, ਠੀਕ ਹੈ, ਬੜਾ ਆਪਾਂ ਸਾਹਮਣੇ ਦੇਖ ਸਕਦੇ ਹਾਂ ਵੀ ਇਸ ਕਾਰਨ ਕਰਕੇ ਬਿਮਾਰੀ ਸ਼ੁਰੂ ਹੋਈ ਹੈ, ਓਨਾ ਹੀ ਉਸ ਬਿਮਾਰੀ ਦੇ ਅੰਦਰ ਇਲਾਜ ਛੇਤੀ ਹੋ ਜਾਂਦਾ ਤੇ ਦਵਾਈ ਬੰਦ ਵੀ ਛੇਤੀ ਹੋ ਜਾਂਦੀ। ਦਵਾਈ ਬੰਦ ਵੀ ਛੇਤੀ ਹੋ ਜਾਂਦੀ ਹੈ। ਮੈਂ ਇਹ ਕਹਿਣਾ ਬਿਲਕੁਲ ਗਲਤ ਆ ਵੀ ਦਵਾਈ ਕਦੇ ਬੰਦੇ ਨਹੀਂ ਹੋਣੀ। ਇਹੋ ਜਿਹਾ ਕੋਈ ਰੂਲ ਨਹੀਂ ਹੈਗਾ ਵੀ ਜਿਹਦੀ ਇੱਕ ਵਾਰ ਦਵਾਈ ਸ਼ੁਰੂ ਹੋ ਗਈ ਮੁੜ ਕੇ ਕਦੇ। ਇਹੋ ਜਿਹਾ ਰੂਲ ਨਹੀਂ ਹੈਗਾ। ਹਾਂ ਜੀ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਇਹ ਸਵਾਲ ਪੁੱਛ ਕੇ ਮੈਂ ਆਪਣੀ ਇੰਟਰਵਿਊ ਨੂੰ ਵਿਰਾਮ ਦਊਂਗਾ ਜੀ। ਤੁਸੀਂ ਸਾਡੇ ਬਾਬੂਸ਼ਾਹੀ ਦੀ ਜਿਹੜੀ ਆਡੀਅנס ਹੈ ਜਾਂ ਜਿੱਥੇ ਵੀ ਸਾਡੇ ਸਰੋਤੇ ਬੈਠੇ ਨੇ, ਉਹਨਾਂ ਨੂੰ ਤੁਸੀਂ ਬਾਬੂਸ਼ਾਹੀ ਦੇ ਮਾਧਿਅਮ ਰਾਹੀਂ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਵੀ ਇਸ ਬਿਮਾਰੀ ਤੋਂ ਉਹ ਵੀ ਨਾ ਘਬਰਾਉਣ, ਉਹ ਜਲਦੀ ਤੋਂ ਜਲਦੀ ਆਪਣਾ ਜਿਹਨੂੰ ਵੀ ਪ੍ਰੋਬਲਮ ਹੈ ਜਾਂ ਕਿਸੇ ਉਹਨਾਂ ਦੇ ਆਂਢ ਗੁਆਂਢ, ਭੈਣ ਭਾਈ, ਰਿਸ਼ਤੇਦਾਰ, ਕਿਸੇ ਨੂੰ ਵੀ ਪ੍ਰੋਬਲਮ ਹੈ ਵੀ ਉਹ ਆਪਣਾ ਇਲਾਜ ਸ਼ੁਰੂ ਕਰਵਾ ਸਕਣ? ਬਿਲਕੁਲ, ਤੁਸੀਂ ਮੇਰੇ ਖਿਆਲ ਆਪ ਹੀ ਇਹਦਾ ਜਵਾਬ ਬਿਲਕੁਲ ਠੀਕ ਤਰੀਕੇ ਨਾਲ ਦਿੱਤਾ ਜੀ। ਤੇ ਆਪਣੀ ਇਸ ਮੀਡੀਅਮ ਰਾਹੀਂ ਜੀ ਕੋਸ਼ਿਸ਼ ਇਹੀ ਹੈ ਵੀ ਦੇਖੋ, ਮੈਂਟਲ ਇਲਨੈਸ ਖਾਸ ਤੌਰ ਤੇ ਕੋਵਿਡ ਤੋਂ ਬਾਅਦ ਜੀ, ਕੋਵਿਡ ਤੋਂ ਬਾਅਦ ਇਹ ਬਿਮਾਰੀਆਂ ਵਧੀਆਂ ਨੇ, ਸਾਰੇ ਸੰਸਾਰ 'ਚ ਵਧੀਆਂ ਨੇ ਜੀ, ਕਿਉਂਕਿ ਸਾਰੇ ਸੰਸਾਰ ਦਾ ਸਟ੍ਰੈਸ ਵੱਧ ਗਿਆ। ਜਿਹੜੀ ਅਨਸਰਟਨਟੀ ਹੈ ਵੀ ਭਵਿੱਖ 'ਚ ਅੱਗੇ ਕੀ ਹੋਊਗਾ, ਉਹ ਅਨਸਰਟਨਟੀ ਵੱਧ ਗਈ ਹੈ। ਤਾਂ ਆਪਾਂ ਨੂੰ ਸਭ ਨੂੰ ਆਪਣੀ ਜਾਣਕਾਰੀ ਵਧਾਉਣੀ ਹੈ ਮੈਂਟਲ ਇਲਨੈਸਿਸ ਦੇ ਬਾਰੇ 'ਚ, ਤੇ ਇਹ ਚੀਜ਼ ਸਮਝਣੀ ਹੈ ਵੀ ਹੁਣ ਜਿਵੇਂ UNODP ਦੇ ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ ਯੂਨਾਈਟਿਡ ਨੇਸ਼ਨਸ ਦੇ, ਉਹਦੇ ਅੰਦਰ ਉਹਨਾਂ ਨੇ ਹੁਣ ਮੈਂਟਲ ਹੈਲਥ ਨੂੰ ਇੱਕ ਸੈਂਟਰਲ ਗੋਲ ਆਇਡੈਂਟੀਫਾਈ ਕਰ ਲਿਆ ਹੈ। ਓਕੇ, ਠੀਕ ਹੈ ਜੀ। ਤਾਂ ਇਹ ਜਿੰਨੀ ਵੀ ਸਮਝਦਾਰ ਕੌਮਾਂ ਹੈਗੀਆਂ ਨੇ ਇਸ ਧਰਤੀ ਦੇ ਉੱਤੇ, ਹੁਣ ਉਹ ਮੈਂਟਲ ਹੈਲਥ ਨੂੰ ਫਰੰਟ ਐਂਡ ਸੈਂਟਰ ਲੈ ਕੇ ਚੱਲ ਰਹੀਆਂ ਨੇ, ਕਿਉਂਕਿ ਮੈਂਟਲ ਹੈਲਥ ਤੁਹਾਡੇ ਦੇਸ਼ ਦੀ ਪ੍ਰੋਗਰੈਸ, ਤੁਹਾਡੇ ਸਮਾਜ ਦੇ ਅੰਦਰ ਖੁਸ਼ੀ, ਬਿਲਕੁਲ, ਤੇ ਜਿਹੜੀ ਤਰੱਕੀ ਹੈਗੀ ਹੈ ਉਹਦੇ ਨਾਲ ਡਾਇਰੈਕਟਲੀ ਲਿੰਕਡ ਹੈ।
ਜੀ ਤੇ ਆਪਾਂ ਐਜ਼ ਜਿਹੜੇ ਕਿ ਤੁਹਾਡੇ ਵਿਊਅਰਸ ਹੈਗੇ ਨੇ ਆਲਰੇਡੀ ਕਾਫੀ ਅਵੇਅਰ ਹੈਗੇ ਨੇ ਵੈਸੇ ਤਾਂ, ਜੀ 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 ਬਿਲਕੁਲ, ਤੇ ਉਹ ਇਸ ਮਾਧਿਅਮ ਰਾਹੀਂ ਆਪਣੀ ਜਾਣਕਾਰੀ ਹੋਰ ਵਧਾਉਣ, ਸਾਡੇ ਨਾਲ ਐਂਗੇਜ ਕਰਨ। ਮੈਨੂੰ ਬੜੀ ਖੁਸ਼ੀ ਹੋਊਗੀ ਜੀ। ਜੇ ਇਹਦੇ ਅੰਦਰ ਬਹੁਤ ਸਾਰੇ ਸਵਾਲ ਆਉਂਦੇ ਨੇ ਜੀ, ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਜਸਟਿਸ ਕਰ ਸਕਾਂ, ਅਭੀ ਅਗਲੀ ਇੰਟਰਵਿਊ ਦੇ ਵਿੱਚ ਆਪਾਂ ਉਹਨਾਂ ਦੇ ਜਵਾਬ ਬਿਲਕੁਲ ਉਹਨਾਂ ਦੇ ਆਪਾਂ ਤਸੱਲੀ ਬਖਸ਼ ਜਵਾਬ ਦੇ ਸਕੀਏ, ਜੀ ਜੀ, ਤਾਂ ਕਿ ਇਹਦੇ ਨਾਲ ਆਪਾਂ ਮਿਲ ਕੇ ਲੜ ਸਕੀਏ ਇਹਨਾਂ ਬਿਮਾਰੀਆਂ ਨਾਲ, ਤੇ ਇੱਕ ਬੈਟਰ ਸੁਸਾਇਟੀ ਬਣਾਈਏ, ਇੱਕ ਜ਼ਿਆਦਾ ਖੁਸ਼ਹਾਲ ਦੁਨੀਆ ਦੇ ਅੰਦਰ ਜੀਏ। ਇਹ ਆਪਣੀ ਹੁਣ ਕੋਸ਼ਿਸ਼ ਹੋਣੀ ਚਾਹੀਦੀ ਜੀ। ਹੈ। ਡਾਕਟਰ ਸਾਹਿਬ ਤੁਸੀਂ ਬਾਬੂ ਸ਼ਾਹੀ ਨੂੰ ਸਮਾਂ ਦਿੱਤਾ, ਇੰਨੇ ਸਵਾਲਾਂ ਦੇ ਬਹੁਤ ਵਧੀਆ ਜਵਾਬ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਦਿਦਾਰ ਜੀ, ਥੈਂਕ ਯੂ ਸੋ ਮਚ। ਦੋਸਤੋ ਇਹ ਸੀਗੇ ਡਾਕਟਰ ਸਤਿਨ ਸ਼ਰਮਾ, ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤੇ ਨੇ। ਤੁਹਾਡਾ ਵੀ ਕੋਈ ਸਵਾਲ ਹੈ ਤਾਂ ਕਮੈਂਟ ਰਾਹੀਂ ਸਾਨੂੰ ਜ਼ਰੂਰ ਪੁੱਛੋ, ਠੀਕ ਹੈ ਜੀ। ਇਹਦੇ ਜਿਹੜੇ ਅਗਲੇ ਐਪੀਸੋਡ ਨੇ ਤੁਹਾਡੀ ਸਿਹਤ ਨਾਲ ਜੁੜੇ ਹੋਏ, ਮੈਂ ਅਲੱਗ-ਅਲੱਗ ਡਾਕਟਰਸ ਨਾਲ, ਜਿੱਦਾਂ ਅੱਜ ਤੁਹਾਨੂੰ ਇੱਕ ਸਾਈਕੈਟ੍ਰਿਸਟ ਨੂੰ ਮਿਲਾਇਆ, ਹੋਰ ਜਿਹੜੇ ਅਲੱਗ-ਅਲੱਗ ਲਾਈਨ ਦੇ ਡਾਕਟਰ ਨੇ, ਬਾਬੂ ਸ਼ਾਹੀ ਤੁਹਾਡੀ ਸਿਹਤ ਦਾ ਪੂਰਾ ਧਿਆਨ ਰੱਖੂਗਾ। ਸੋ ਇਦਾਂ ਦੇ ਜਿਹੜੇ ਤੁਹਾਡੀ ਹੈਲਥ ਨਾਲ ਜੁੜੇ ਵੀ ਇਸ਼ੂਜ਼ ਨੇ, ਉਹਨਾਂ ਬਾਰੇ ਆਪਾਂ ਵੱਡੇ ਵੱਡੇ ਡਾਕਟਰਸ ਨਾਲ, ਹਰ ਲਾਈਨ ਦੇ ਡਾਕਟਰਸ ਨਾਲ ਡਿਸਕਸ ਕਰਦੇ ਰਹਾਂਗੇ। ਮੈਂ ਜਲਦੀ ਨਵੇਂ ਮਹਿਮਾਨ ਨਾਲ ਹਾਜ਼ਰ ਹੋਵਾਂਗਾ, ਤਦ ਤੱਕ ਲਈ ਥੈਂਕ ਯੂ ਵੈਰੀ ਮਚ। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ, ਐਸੀ ਖੋਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ। 10ਵੀਂ 'ਚ ਸਾਈਕਲ ਮਿਲੂਗੀ ਤੇ ਪੋਸਟ ਮੈਟ੍ਰਿਕ ਐਸੀ ਵਜ਼ੀਫਾ ਵੀ। ਲੰਬੜਦਾਰਾਂ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਹੀ ਰਹਿ ਗਏ। ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਨੀ ਆ ਦਿੱਤਾ ਮੈਨੂੰ ਇਸ ਸਰਕਾਰ ਨੇ। ਹੁਣ ਨਹੀਂ, ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ, ਐਤਕੀ ਸਬਕ ਸਿਖਾਉਣਾ ਹੈ। ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।